ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਮ੍ਰਿਤ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ 52 ਅੱਖਰੀ ਬਾਣੀ ਦੀ ਵਿਚਾਰ ਦੇ ਵਿੱਚ ਆਪ ਜੀ ਨੇ ਜੋ ਸ਼ਲੋਕ ਸਰਵਣ ਕੀਤਾ ਹੈ, ਇਹ 34ਵਾਂ ਸ਼ਲੋਕ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 257 ਉੱਤੇ ਸੁਭਾਈਮਾਨ ਹੈ। ਇਸ ਅੰਮ੍ਰਿਤ ਸ਼ਬਦ ਦੇ ਅੰਦਰ ਹਜ਼ੂਰ ਨੇ ਜ਼ਿਕਰ ਕੀਤਾ ਹੈ ਕਿ ਦਾਸ ਹੈ ਏਕ ਨਿਹਾਰਿਆ ਸਭ ਕਿਛ ਦੇਵਨਹਾਰ, ਕਿ हे ਅਕਾਲ ਪੁਰਖ ਵਾਹਿਗੁਰੂ ਜੀ, ਤੇਰੇ ਦਾਸਾਂ ਨੇ ਇੱਕ ਗੱਲ ਨੂੰ ਅਬਜ਼ਰਵ ਕੀਤਾ ਹੈ, ਮੰਨ ਲਿਆ ਹੈ, ਪੱਕਾ ਯਕੀਨ ਬਣਾ ਲਿਆ ਹੈ। ਨਿਹਾਰਿਆ ਦਾ ਮਤਲਬ ਹੈ ਇਹ ਉਹਨਾਂ ਦਾ ਕਨਕਲੂਜਨ ਹੈ, ਆਪਣੀ ਜ਼ਿੰਦਗੀ ਦੇ ਐਕਸਪੀਰੀਅੰਸ ਦੇ ਵਿੱਚੋਂ ਉਹਨਾਂ ਨੇ ਜਾਣ ਲਿਆ ਹੈ। ਸਭ ਕੁਛ ਦੇਵਨਹਾਰ, ਕਿ ਸਾਨੂੰ ਜਿੰਨੀਆਂ ਵੀ ਦਾਤਾਂ ਮਿਲਦੀਆਂ ਸਾਰਾ ਕੁਝ ਦਾਨ ਦੇਣ ਵਾਲਾ ਦਾਤਾ ਅਕਾਲ ਪੁਰਖ ਵਾਹਿਗੁਰੂ ਹੈ। ਇਸ ਕਰਕੇ ਉਹ ਸਵਾਸ ਦਿਨ ਰਾਤ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਪਦੇ ਰਹਿੰਦੇ ਨੇ ਤੇ ਉਹਨਾਂ ਦੀ ਇੱਛਾ ਹੈ ਕਿ ਸਾਡੇ ਅੰਦਰੋਂ ਹੀ ਉਸ ਅਕਾਲ ਪੁਰਖ ਦਾ ਦੀਦਾਰ ਹੋਵੇ, ਕਿਉਂਕਿ ਜਦੋਂ ਵੀ ਦੀਦਾਰ ਦੀ ਗੱਲ ਚੱਲਦੀ ਹੈ ਨਾ, ਰੱਬ ਦੇ ਦੀਦਾਰ ਬਾਹਰੋਂ ਨਹੀਂ ਬਲਕਿ ਅੰਤਰ ਦਿਸੈ ਬਾਹਰ ਵੀ ਉਹੀ, ਪਹਿਲਾਂ ਦੀਦਾਰ ਉਹਦੇ ਅੰਦਰੋਂ ਹੋਣੇ ਨੇ। ਤੇ ਗੁਰੂ ਸਾਹਿਬ ਜੀ ਨੇ ਅੱਜ ਦਾ ਜਿਹੜਾ ਇਹ ਟੌਪਿਕ ਹੈ, ਸਾਰਾ ਦੂਸਰੀ ਪੌੜੀ ਵੀ ਸਾਨੂੰ ਇਹ ਸਮਝਾਉਣ ਤੇ ਲਾ ਦਿੱਤੀ ਹੈ ਕਿ ਅਸਲ ਦੇ ਵਿੱਚ ਗਿਵਰ ਦਾਤਾ ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਹੈ। ਦੁਨੀਆ ਦੇ ਵਿੱਚ ਅਸੀਂ ਵੇਖਦੇ ਹਾਂ, ਜੇ ਕੋਈ ਬੰਦਾ ਕਿਸੇ ਦੀ ਮਦਦ ਕਰ ਦਿੰਦਾ ਹੈ, ਆਪਣੇ ਵੱਲੋਂ ਕੁਝ ਪੈਸਾ ਕੱਪੜੇ ਜਾਂ ਕੋਈ ਵਸਤੂਆਂ ਲੈ ਕੇ ਦੇ ਦੇ, ਜਾਂ ਕਿਸੇ ਨੂੰ ਸਾਹਮਣੇ ਕੋਈ ਚੀਜ਼ ਵੰਡਦਾ ਹੋਵੇ, ਆਪਾਂ ਉਹਨੂੰ ਅਸਲ ਦੇ ਵਿੱਚ ਕਈ ਵਾਰੀ ਦਾਨੀ ਕਹਿ ਦਿੰਦੇ ਹਾਂ। ਤੇ ਦਾਨੀ ਤੇ ਦਾਤੇ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ, ਅਸਲ ਦੇ ਵਿੱਚ ਅੱਖਰ ਵੱਖਰੇ ਵੱਖਰੇ ਨੇ। ਤੇ ਉਹ ਜਿਹੜਾ ਦਾਤਾ ਦੇਣ ਵਾਲਾ ਦਾਨੀ ਹੈ, ਉਹ ਆਪਣੇ ਇੱਕ ਵੱਖਰੇ ਮਾਨਸਿਕ ਮੰਡਲ ਦੇ ਵਿੱਚੋਂ ਨਿਕਲਦਾ। ਜਾਂ ਤਾਂ ਉਹਦੇ ਅੰਦਰ ਇਹ ਖਿਆਲ ਆ ਸਕਦਾ ਹੈ ਕਿ ਕਿਸੇ ਦੀ ਹੈਲਪ ਕਰਦਿਆਂ ਹੋਇਆਂ ਵੀ ਇਹਦੇ ਨਾਲ ਰੱਬ ਖੁਸ਼ ਹੋ ਜਾਏਗਾ ਤੇ ਰੱਬ ਦੇ ਖੁਸ਼ ਹੋਣ ਦੇ ਨਾਲ ਮੇਰੀ ਕੋਈ ਵੱਖਰੀ ਪ੍ਰਾਪਤੀ ਹੋ ਜਾਏਗੀ। ਇਸ ਕਰਕੇ ਤੁਸੀਂ ਵੇਖੋ ਕਿਧਰੇ ਇੰਡੀਆ ਦੇ ਵਿੱਚ ਭਿਖਾਰੀ ਵੀ ਕੋਈ ਭੀਖ ਮੰਗਦਾ ਨਾ, ਕਿਉਂਕਿ ਉਹਨਾਂ ਦਾ ਐਕਸਪੀਰੀਅੰਸ ਹੋ ਚੁੱਕਾ ਹੁੰਦਾ ਹੈ, ਤੇ ਉਹ ਸਿੱਧਾ ਨਹੀਂ ਕਹਿੰਦਾ ਵੀ ਮੈਨੂੰ ਇਹ ਲੋੜ ਹੈ ਤੇ ਇਹ ਦੇ ਦੇ। ਕਈ ਵਾਰੀ ਉਹਨਾਂ ਦੀ ਸ਼ਬਦਾਵਲੀ ਇਸ ਤਰ੍ਹਾਂ ਦੀ ਹੁੰਦੀ ਹੈ, ਅੱਲਾ ਦੇ ਨਾਂ ਦੇ ਦੇ, ਮੈਨੂੰ ਵਾਹਿਗੁਰੂ ਦੇ ਨਾਂ ਤੇ ਪ੍ਰਭੂ ਦੇ ਨਾਂ ਤੇ ਦੇ ਦੇ। ਉਹਦਾ ਕਾਰਨ ਉਹਨਾਂ ਨੂੰ ਪਤਾ ਲੱਗ ਚੁੱਕਾ ਹੁੰਦਾ ਵੀ ਜਿਹਦੇ ਕੋਲੋਂ ਮੈਂ ਮੰਗ ਰਿਹਾ ਇਹ ਲੋਕ ਅਸਲ ਦੇ ਵਿੱਚ ਪੱਥਰ ਦਿਲ ਨੇ। ਜੇ ਮੈਂ ਸਿੱਧਾ ਕਿਹਾ ਇਹਨਾਂ ਨੂੰ ਮੈਨੂੰ ਹੈਲਪ ਦੀ ਲੋੜ ਹੈ ਤੇ ਹੋ ਸਕਦਾ ਹੈ ਇਹ ਨਾ ਕਰਨ ਲਈ ਤਿਆਰ ਹੋਣ, ਇਹਨਾਂ ਨੂੰ ਮੇਰਾ ਦੁੱਖ ਦਰਦ ਮਹਿਸੂਸ ਨਾ ਹੋਵੇ। ਤੇ ਕਿਉਂਕਿ ਇਹਨਾਂ ਦੇ ਅੰਦਰ ਇੱਕ ਚਾਹਤ ਹੈ, ਇਹ ਰੱਬ ਕੋਲੋਂ ਆਪਣੀ ਫਾਈਲ ਸਾਈਨ ਕਰਵਾਉਣਾ ਚਾਹੁੰਦੇ ਨੇ, ਤੇ ਕਿਉਂ ਨਾ ਮੈਂ ਉਹਦਾ ਨਾਂ ਲੈ ਕੇ ਮੰਗਾ ਤੇ ਜਲਦੀ ਦੇ ਦੇਣ ਮੈਨੂੰ ਕੁਝ ਕੱਢ ਕੇ। ਇਹ ਬੰਦੇ ਦੀ ਇੱਕ ਭਾਵਨਾ ਹੁੰਦੀ। ਗੁਰੂ ਸਾਹਿਬ ਜੀ ਕਹਿੰਦੇ ਨੇ ਇੱਥੋਂ ਤੱਕ ਵੀ ਬੰਦਾ ਕਿਸੇ ਧਾਰਮਿਕ ਸਥਾਨ ਤੇ ਵੀ ਕੁਝ ਅਰਪਣ ਕਰਦਾ ਨਾ। ਕੱਲ ਵੀ ਅਰਜ਼ ਕੀਤੀ ਸੀ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬੜੇ ਕਮਾਲ ਦੇ ਧਿਆਨ ਲਾ ਕੇ ਦੁਨੀਆ ਨੂੰ ਨੀਜ਼ ਨਾਲ ਵੇਖਿਆ, ਤੇ ਗੁਰੂ ਕਿਉਂਕਿ ਅੰਤਰਜਾਮੀ ਹੈ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਸਤੀਆਂ ਮਨ ਸੰਤੋਖ ਉਪਜੈ, ਦੇਣਾ ਕੈ ਵਿਚਾਰ, ਦੇ ਦੇ ਮੰਗੈ ਸਹਸਾ ਗੁਣਾ, ਸ਼ੋਭ ਕਰੇ ਸੰਸਾਰ। ਇਹ ਦੇਣ ਦੀ ਵੀ ਹਿੰਮਤ ਹੁੰਦੀ, ਸੰਤੋਖ ਤੋਂ ਬਿਨਾਂ ਦਿੱਤਾ ਨਹੀਂ ਜਾਂਦਾ। ਪਰ ਉਹਨਾਂ ਦੇ ਮਨ ਦੇ ਅੰਦਰ ਇੱਕ ਲਾਲਸਾ ਹੈ ਵੀ ਅਸਲ ਦੇ ਵਿੱਚ ਜਿਹੜਾ ਅਸੀਂ ਦੇ ਰਹੇ ਹਾਂ
ਇਹਦੇ ਨਾਲ ਕੁਝ ਵੱਖਰੀ ਸਾਨੂੰ ਖੁਸ਼ੀ ਮਿਲੇ ਰੱਬ ਦੀ, ਤੇ ਨਾਲੇ ਤੇ ਆਮ ਮਾਰਕੀਟ ਦੇ ਵਿੱਚ ਬੰਦਾ ਪੈਸਾ 1 ਗੁਣਾ ਲਾਏ ਤੇ 2 ਗੁਣਾ ਜਾਂ 3-4 ਗੁਣਾ ਮਿਲ ਹੋ ਕੇ ਬੰਦੇ ਨੂੰ ਪ੍ਰਾਪਤ ਹੋਏਗਾ। ਉਹ ਵੀ ਬਿਜ਼ਨਸ ਕਰਨਾ ਪਏਗਾ, ਐਫਰਟ ਕਰਨੇ ਪੈਣਗੇ। ਤੇ ਬੰਦਾ ਸੋਚਦਾ ਵੀ ਕਿਉਂ ਨਾ ਮੈਂ ਕਿਸੇ ਧਾਰਮਿਕ ਸਥਾਨ ਤੇ ਕੁਝ ਮਾਇਆ ਦਿਆਂ। ਇਹਦੇ ਨਾਲ ਬੰਦਾ ਹਜ਼ਾਰਾਂ ਗੁਣਾ ਮੰਗਣਾ ਸ਼ੁਰੂ ਕਰ ਦਿੰਦਾ ਹੈ। ਇੱਕ ਤਾਂ ਹਜ਼ਾਰਾਂ ਗੁਣਾ ਮੈਨੂੰ ਮਿਲ ਜਾਏਗਾ, ਦੂਸਰਾ ਸ਼ੋਭ ਕਰੇ ਸੰਸਾਰ, ਸੰਸਾਰ ਦੇ ਲੋਕ ਵੀ ਸ਼ੋਭਾ ਕਰ ਦੇਣਗੇ, ਪਬਲਿਸਿਟੀ ਵੀ ਹੋ ਜਾਏਗੀ। ਇਹ ਗੁਰੂ ਨਾਨਕ ਸਾਹਿਬ ਜੀ ਦੀ ਆਬਜ਼ਰਵੇਸ਼ਨ ਹੈ। ਗੁਰੂ ਸਾਹਿਬ ਜੀ ਨੇ ਜੋ ਸੰਸਾਰ ਦੇ ਵਿੱਚ ਵੇਖਿਆ ਉਹ ਸਾਨੂੰ ਦੱਸਿਆ ਵੀ ਅਸਲ ਦੇ ਵਿੱਚ ਇਹ ਵੀ ਭਾਵਨਾ ਬੰਦਿਆਂ ਦੀ ਹੁੰਦੀ ਹੈ। ਕੁਝ ਬੰਦਾ ਬੜੀ ਚੰਗੀ ਨੀਅਤ ਨਾਲ ਵੀ ਕਿਸੇ ਨੂੰ ਦੇ ਸਕਦਾ ਹੈ, ਵੀ ਮਨੁੱਖਤਾ ਦਾ ਦੁੱਖ ਦਰਦ ਸਮਝਦਾ। ਇਹੋ ਜਿਹੇ ਵੀ ਲੋਕ ਹੁੰਦੇ ਨੇ, ਵੀ ਜੈਨੂਅਨ ਲੋਕ ਜਿਹੜੇ ਦੂਸਰੇ ਦੀ ਹੈਲਪ ਕਰਦੇ ਨੇ। ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ ਕਿ ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ, ਉਨੀ ਮੰਦੇ ਪੈਰ ਨਾ ਰੱਖਿਓ। ਕਰ ਸੁਕਿਰਤ ਧਰਮ ਕਮਾਇਆ, ਉਨੀ ਦੁਨੀਆ ਤੋੜੇ ਬੰਧਨਾ। ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ਿਸ਼ੀ ਅਗਲਾ, ਨਿਤ ਦੇਵੈ ਚੜਾ ਸਵਾਇਆ। ਤੇ ਅਸਲ ਦੇ ਵਿੱਚ ਇਸ ਕਿਸਮ ਦੇ ਵੀ ਹੁੰਦੇ ਨੇ ਜੈਨੂਅਨ ਲੋਕ, ਜਿਹੜੇ ਦੂਜਿਆਂ ਦੀ ਹੈਲਪ ਕਰਦੇ ਨੇ। ਇਸ ਦੁਨੀਆ ਦੇ ਵਿੱਚ ਇਨਸਾਨੀਅਤ ਨਾਲ ਭਰੇ ਹੋਏ ਇਨਸਾਨ ਵੀ ਹੁੰਦੇ ਨੇ ਕਿ ਜਿਨ੍ਹਾਂ ਨੇ ਆਪਣੇ ਆਪ ਤੇ ਕੰਟਰੋਲ ਕੀਤਾ, ਆਪਣੀਆਂ ਲੋੜਾਂ ਸੀਮਿਤ ਰੱਖੀਆਂ। ਵੱਧ ਮਾਇਆ ਉਹ ਕੋਸ਼ਿਸ਼ ਕਰਦੇ ਨੇ ਜੀਵਨ ਦੇ ਵਿੱਚ ਮਨੁੱਖਤਾ ਦੀ ਸੇਵਾ ਹੋ ਜਾਏ। ਇਹ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਜ਼ਿਕਰ ਕੀਤਾ ਹੈ। ਦੁਨਿਆਵੀ ਤੌਰ ਤੇ ਜੇ ਕੋਈ ਬੰਦਾ ਦੇਗਾ ਨਾ ਕਿਸੇ ਨੂੰ, ਇੱਕ ਤੇ ਜਿੰਨੇ ਕਿ ਉਹਦੀ ਲਿਮਟ ਹੈ, ਔਕਾਤ ਹੈ, ਉਨੀ ਕੀ ਉਹ ਸੇਵਾ ਕਰ ਸਕਦਾ ਕਿਸੇ ਦੀ। ਜੇ ਕੋਈ ਬੰਦੇ ਕੋਲ ਹਜ਼ਾਰਾਂ ਰੁਪਇਆ ਹੈ ਤੇ ਉਹ ਸੈਂਕੜੇ ਦੇ ਸਕਦਾ, ਹਜ਼ਾਰਾਂ ਵਾਲਾ ਲੱਖਾਂ ਨਹੀਂ ਦੇ ਸਕਦਾ। ਇਸ ਤਰ੍ਹਾਂ ਕਿਸੇ ਕੋਲ ਲੱਖ ਹੈ, ਉਹ ਹਜ਼ਾਰਾਂ ਕਿਸੇ ਨੂੰ ਦੇ ਸਕਦਾ, ਕਰੋੜਾਂ ਨਹੀਂ ਦੇ ਸਕਦਾ। ਸੇਮ ਪਰ ਜਿਹੜੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਲਿਮਟ ਹੈ ਨਾ, ਉਹ ਅਸਲ ਦੇ ਵਿੱਚ ਅਸੀਂ ਉਹ ਇਮੇਜਿਨ ਵੀ ਨਹੀਂ ਕਰ ਸਕਦੇ। ਉਹਦੀ ਔਕਾਤ ਇੰਨੀ ਵੱਡੀ ਹੈ ਕਿ ਉਹ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ ਅੱਜ ਦੇ ਸ਼ਬਦ ਦੇ ਅੰਦਰ ਵੀ ਹਜ਼ੂਰ ਨੇ ਜ਼ਿਕਰ ਕੀਤਾ। ਔਰ ਕੁਦਰਤ ਦੇ ਵਿੱਚ ਵੈਸੇ ਹੀ ਸਾਨੂੰ ਸਾਰਾ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਨੇ ਦਿੱਤਾ ਹੋਇਆ ਆਲਰੇਡੀ ਸਰੀਰ ਦੇ ਰੂਪ ਦੇ ਵਿੱਚ। ਫਿਰ ਇੱਕ ਹੋਰ ਗੱਲ ਹੈ, ਦੁਨਿਆਵੀ ਤੌਰ ਤੇ ਗੁਰੂ ਸਾਹਿਬ ਜੀ ਨੇ ਨਾ ਸਾਨੂੰ ਕੋਸ਼ਿਸ਼ ਕੀਤੀ ਇੰਡੀਪੈਂਡੈਂਟ ਕਰਨ ਦੀ। ਜਿਹੜਾ ਇਕਨੋਮਿਕਲੀ ਵੀ ਬੰਦਾ ਨਾ ਤੇ ਭਿਖਾਰੀ ਬਣੇ, ਕਿਸੇ ਦੇ ਅੱਗੇ ਹੱਥ ਨਾ ਅੱਡੇ। ਸਿੱਖ ਦਾ ਪਹਿਲਾ ਜਿਹੜਾ ਅਸੂਲ ਗੁਰਬਾਣੀ ਦਾ ਅਸੀਂ ਜਦੋਂ ਸਿੱਖੀ ਦਾ ਵੇਖਨੇ ਆ ਤੇ ਉਹ ਹੈ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਆਪਣੇ ਵੱਲੋਂ ਵੀ ਵੰਡ ਕੇ ਹੀ ਦੂਜਿਆਂ ਦੇ ਨਾਲ ਛਕਣਾ। ਇਹ ਗੁਰੂ ਸਾਹਿਬ ਜੀ ਨੇ ਸਾਡੇ ਅੰਦਰ ਬਿਰਤੀ ਪਾਈ ਹੋਈ ਹੈ। ਤੇ ਇਸ ਕਰਕੇ ਜਦੋਂ ਧਰਮ ਦੀ ਕਿਰਤ ਕਰਨ ਦੀ ਗੱਲ ਆਉਂਦੀ ਹੈ ਤੇ ਨਾਲ ਨਾਲ ਗੁਰਬਾਣੀ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਸਿੱਖ ਨੇ ਕਿਸੇ ਅੱਗੇ ਭੀਖ ਨਹੀਂ ਮੰਗਣੀ। ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਜ਼ਿਕਰ ਕੀਤਾ, ਲੋਕ ਧਿਕਾਰ ਕਰੈ ਜਨ ਮੰਗਤ, ਮੰਗਤ ਮਾਨ ਨਾ ਪਾਇਆ। ਦੁਨਿਆਵੀ ਤੌਰ ਤੇ ਉਹ ਬੰਦਾ ਰਿਸਪੈਕਟ ਨਾਲ ਕਦੇ ਨਹੀਂ ਜੀ ਸਕਦਾ ਜਿਹਨੂੰ ਦੂਜਿਆਂ ਤੇ ਆਸ ਰੱਖਣ ਦੀ ਤੇ ਦੂਜਿਆਂ ਕੋਲੋਂ ਮੰਗਣ ਦੀ ਆਦਤ ਪੈ ਜਾਏ। ਤੇ ਆਮ ਕਰਕੇ ਲੋਕ ਕਹਿੰਦੇ ਨੇ ਵੀ ਪੰਜਾਬੀ ਲੋਕ ਜਾਂ ਸਿੱਖ ਲੋਕ ਮੰਗਦੇ ਨਹੀਂ ਹੁੰਦੇ। ਤੇ ਮੈਨੂੰ ਮਾਫ ਕਰਨਾ, ਮੈਂ ਕਿਉਂਕਿ ਮੇਰੀ ਇੱਕ ਡਿਊਟੀ ਲੱਗੀ ਹੋਈ ਹੈ ਪ੍ਰਚਾਰਕ ਹੋਣ ਦੇ ਕਰਕੇ, ਜਦੋਂ ਪੋਲੀਟੀਸ਼ੀਅਨ ਸਾਡੇ ਅੱਗੇ ਸੁੱਟਦੇ ਨੇ ਨਾ ਵੀ ਆ ਫਲਾਣੀ ਚੀਜ਼ ਫ੍ਰੀ ਦਿੱਤੀ ਜਾਏਗੀ, ਤੇ ਫਿਰ ਉੱਥੇ ਅਸੀਂ ਭਿਖਾਰੀ ਬਣ ਜਾਂਦੇ ਹਾਂ ਤੇ ਗਲਤ ਫੈਸਲਾ ਕਰਨੇ ਆ। ਅਸੀਂ ਇਹ ਗੱਲ ਰਿਅਲਾਈਜ਼ ਸਾਨੂੰ ਕਰਨੀ ਚਾਹੀਦੀ ਹੈ। ਤੇ ਅਸਲ ਦੇ ਵਿੱਚ ਜਿਹੜਾ ਭੀਖ ਮੰਗਣ ਤੋਂ ਗੁਰੂ ਸਾਹਿਬ ਜੀ ਨੇ ਸਾਨੂੰ ਵਰਜਿਆ, ਬਾਣੀ ਦੇ ਅੰਦਰ ਬਾਰ-ਬਾਰ ਜ਼ਿਕਰ ਕੀਤਾ। ਔਰ ਕੋਈ ਵੀ ਕੰਟਰੀ ਰਨ ਨਹੀਂ ਕੀਤਾ ਜਾ ਸਕਦਾ ਜਿੱਥੇ ਜ਼ਿਆਦਾ ਭਿਖਾਰੀ ਹੋਣ, ਮੰਗਣ ਵਾਲੇ ਹੋਣ। ਇਸ ਕਰਕੇ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਜ਼ਿਕਰ ਕੀਤਾ, ਮਾਨੁਖ ਕੀ ਟੇਕ ਬਿਰਤੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ। ਤੇ ਜਿਹੜੀ ਬੰਦੇ ਦੀ ਜਿਹੜੀ ਟੇਕ ਵਿਅਰਥ ਅਸੀਂ ਸਮਝਣੀ ਆਪਣੇ ਜੀਵਨ ਦੇ ਵਿੱਚ। ਇਸ ਕਰਕੇ ਧਰਮ ਦੀ ਕਿਰਤ ਕਰੋ ਪਹਿਲਾ ਸੰਦੇਸ਼ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਦਿੱਤਾ ਹੋਇਆ। ਇਸ ਤੋਂ ਅਗਲੀ ਗੱਲ ਇਹ ਵਾਪਰਦੀ ਹੈ ਕੁਦਰਤ ਦੇ ਵਿੱਚ
ਕਈ ਵਾਰੀ ਜਿਹਨੂੰ ਅਸੀਂ ਬੜਾ ਦਾਤਾ ਦਾਨੀ ਸਮਝਦੇ ਹਾਂ ਤੇ ਕੁਦਰਤ ਦੇ ਵਿੱਚ ਉਹਦੇ ਵੀ ਕੰਗਾਲ ਬਣਦਿਆਂ ਦੇਰ ਨਹੀਂ ਲੱਗਦੀ। ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ। ਔਰ ਸਿੱਖ ਇਤਿਹਾਸ ਦੀ ਬੜੇ ਕਮਾਲ ਦੀ ਘਟਨਾ, ਕਿਉਂ ਅਸੀਂ ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਦਾਤਾ ਸਮਝਣਾ। ਔਰ ਸਾਡੇ ਇਤਿਹਾਸ ਦੀ ਆਪਣੀ ਘਟਨਾ ਹੈ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਰਾਣੀ ਮਹਾਰਾਣੀ ਜਿੰਦ ਕੌਰ, ਪੰਜਾਬ ਦੀ ਮਲਕਾ, ਨੋ ਡਾਊਟ ਵੀ ਉਹਦੇ ਕੋਲ ਬਿਊਟੀ ਵੀ ਹੈ, ਸਿਆਣਪ ਵੀ ਹੈ। ਤੇ ਉਹ ਸਮੇਂ ਨਹੀਂ, ਅੱਜ ਤੱਕ ਪੰਜਾਬ ਜਿੰਨੀਆਂ ਵੀ ਸਿੱਖ ਲੇਡੀਜ਼ ਨੇ ਨਾ, ਸਭ ਤੋਂ ਵੱਧ ਪ੍ਰਭਤਾ ਤੇ ਰੁਤਬਾ ਉਹਦੇ ਕੋਲ ਸੀ ਵੀ ਪੰਜਾਬ ਦੀ ਰਾਣੀ ਹੋਣ ਦਾ ਉਹਨੂੰ ਜਿਹੜਾ ਮਾਣ ਮਿਲਿਆ। ਤੇ ਉਹਨੇ ਜਦੋਂ ਤੇ ਸ਼ੇਰੇ ਪੰਜਾਬ ਦਾ ਰਾਜ ਕਾਇਮ ਸੀ ਤੇ ਸੈਂਕੜੇ ਦਾਸੀਆਂ ਨੌਕਰ ਚਾਕਰ ਉਹਦੇ ਆਲੇ ਦੁਆਲੇ ਨੇ। ਰੋਜ਼ਾਨਾ ਸਵੇਰੇ ਉੱਠਣਾ, ਉਹਦੇ ਹੱਥਾਂ ਨਾਲ ਛੁਆ ਕੇ ਸੈਂਕੜੇ ਭਿਖਾਰੀਆਂ ਨੂੰ ਜਾਂ ਆਮ ਲੋਕਾਂ ਨੂੰ ਬਹੁਤ ਕੁਝ ਵੰਡਿਆ ਜਾਂਦਾ ਸੀ। ਸਮਾਂ ਬਦਲਦਾ ਹੈ। ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਵੀ ਜ਼ਿਕਰ ਕੀਤਾ ਹੈ ਵੀ ਦੁੱਖ ਸੁੱਖ ਦੋਇ ਦਰ ਕੱਪੜੇ ਪਹਿਰੇ ਜਾਏ ਮਨੁੱਖ, ਸਮਾਂ ਇੱਕੋ ਵਰਗਾ ਨਹੀਂ ਰਹਿੰਦਾ। ਜਿਹੜੇ ਬੜੇ ਧਨਵਾਨ ਨੇ ਉਹਨਾਂ ਨੂੰ ਕੰਗਾਲ ਬਣਦਿਆਂ ਦੇਰ ਨਹੀਂ ਲੱਗਦੀ, ਤੇ ਜਿਹੜੇ ਬੜੇ ਭਿਖਾਰੀ ਕਿਸਮ ਦੇ ਹੁੰਦੇ ਨੇ ਉਹ ਕਈ ਵਾਰੀ ਇਤਿਹਾਸ ਦੇ ਵਿੱਚ ਵੱਡੇ ਵੱਡੇ ਰਾਜੇ ਵੀ ਬਣੇ ਨੇ। ਤੇ ਸਮਾਂ ਆਇਆ ਜਦੋਂ 1849 ਦੇ ਵਿੱਚ ਬ੍ਰਿਟਿਸ਼ ਗੌਰਮੈਂਟ ਨੇ ਪੰਜਾਬ ਨੂੰ ਆਪਣੇ ਆਪ ਦੇ ਵਿੱਚ, ਆਪਣੇ ਰਾਜ ਦੇ ਵਿੱਚ ਮਿਲਾ ਲਿਆ। ਰਾਜ ਉਹਨਾਂ ਦਾ ਖੋਹ ਲਿਆ ਗਿਆ, ਥੋੜ੍ਹੀ ਜਿਹੀ ਪੈਨਸ਼ਨ ਰੱਖ ਦਿੱਤੀ ਗਈ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਦਲੀਪ ਸਿੰਘ ਨੂੰ ਇੰਗਲੈਂਡ ਦੇ ਵਿੱਚ ਲਿਜਾਇਆ ਗਿਆ। ਉਹਦੇ ਇੱਕ ਤਾਂ ਕੇਸ਼ ਕੱਟ ਕੇ ਮਹਾਰਾਣੀ ਵਿਕਟੋਰੀਆ ਨੂੰ ਭੇਟ ਕਰ ਦਿੱਤੇ ਗਏ। ਉਹਨੂੰ ਕ੍ਰਿਸਚਨ ਲੋਕਾਂ ਦੇ ਹਵਾਲੇ ਕਰ ਦਿੱਤਾ ਗਿਆ। ਪ੍ਰੋਸੈਸ ਸ਼ੁਰੂ ਕਰ ਦਿੱਤਾ ਗਿਆ ਵੀ ਇਹਨੂੰ ਕ੍ਰਿਸਚਨ ਜਿਹੜਾ ਬਣਾਇਆ ਜਾਏ। ਤੇ ਉਹਨੂੰ ਵੀ ਇਹ ਗੱਲ ਦੱਸੀ ਗਈ ਤੇ ਵੈਸੇ ਕੁਝ ਲਿਖਾਰੀਆਂ ਨੇ ਵੀ ਬਾਅਦ ਦੇ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ ਵੀ ਜੇ ਉਹ ਕਿਧਰੇ ਪੰਜਾਬ ਦੇ ਵਿੱਚ ਰਹਿੰਦਾ ਤੇ ਉਹਦੀ ਜਾਨ ਨੂੰ ਵੀ ਖਤਰਾ ਸੀ। ਜਿਵੇਂ ਸਿੱਖਾਂ ਦੇ ਵਿੱਚ ਹੀ ਆਪਸ ਦੇ ਵਿੱਚ ਜਿਹੜੀ ਫੁੱਟ ਕਾਰਨ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਦੂਸਰੇ ਬੇਟੇ ਜਿਹੜੇ ਮਾਰ ਦਿੱਤੇ ਗਏ ਸੀ, ਤੇ ਹੋ ਸਕਦਾ ਉਹਦੀ ਵੀ ਜਾਨ ਨੂੰ ਖਤਰਾ ਹੁੰਦਾ। ਅੱਜ ਤੱਕ ਲਿਖਾਰੀ ਜਿਹੜਾ ਰੱਖਦੇ ਨੇ, ਤੇ ਉਹਨੂੰ ਵੀ ਕਿਹਾ ਗਿਆ ਵੀ ਤੇਰੀ ਅਸੀਂ ਬੜਾ ਪਰਉਪਕਾਰ ਕੀਤਾ, ਤੇਰੀ ਜਾਨ ਬਚਾਈ, ਜੇ ਤੈਨੂੰ ਪੰਜਾਬ ਦੇ ਵਿੱਚ ਰੱਖਦੇ ਨਾ ਤੈਨੂੰ ਸਿੱਖਾਂ ਨੇ ਹੀ ਮਾਰ ਦੇਣਾ ਸੀ। ਤੇ ਉਹ ਇਤਿਹਾਸ ਵੀ ਕੁਝ ਇਹੋ ਜਿਹੀ ਕਹਾਣੀ ਆਪਣੇ ਆਪ ਦੇ ਵਿੱਚ ਕਹਿ ਰਿਹਾ। ਉਦੋਂ ਫੁੱਟ ਦਾ ਸ਼ਿਕਾਰ ਅਸੀਂ ਹੋਏ ਹਾਂ ਕਿ ਅਸੀਂ ਉਹਨਾਂ ਗੱਲਾਂ ਨੂੰ ਪ੍ਰੈਕਟੀਕਲੀ ਝੁਠਲਾ ਨਹੀਂ ਸਕਦੇ, ਕਿਉਂਕਿ ਦੌਰ ਹੀ ਇਸ ਤਰ੍ਹਾਂ ਦਾ ਵਾਪਰ ਰਿਹਾ। ਕਤਲ ਹੋ ਰਹੇ ਨੇ ਵੱਡੇ ਵੱਡੇ ਸਰਦਾਰਾਂ ਦੇ ਲਗਾਤਾਰ। ਤੇ ਅਸਲ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਫਿਰ ਉਹ ਮਹਾਰਾਣੀ ਜਿੰਦ ਕੌਰ ਨੂੰ ਕੁਝ ਪੈਨਸ਼ਨ ਕੁਝ ਦਿਨ ਦਿੱਤੀ ਗਈ, ਫਿਰ ਬੰਦ ਕਰ ਦਿੱਤੀ ਗਈ। ਪੰਜਾਬ ਤੋਂ ਦੂਰ ਕਰਨ ਦਾ ਉਹਨਾਂ ਨੂੰ ਯਤਨ ਕੀਤਾ ਗਿਆ ਵੀ ਜੇ ਇੱਥੇ ਰਹਿਣਗੇ ਤੇ ਬਗਾਵਤ ਹੋਏਗੀ। ਤੇ ਤੁਹਾਨੂੰ ਪਤਾ ਉਦੋਂ ਡੈਮੋਕ੍ਰੇਸੀ ਤੇ ਹੈ ਨਹੀਂ ਸੀ। ਕਿੰਗਡਮ ਦੇ ਵਿੱਚ ਤੇ ਲੋਕ ਰਾਜੇ ਤੇ ਰਾਜੇ ਦੇ ਪਰਿਵਾਰ ਦੇ ਲਈ ਵਫਾਦਾਰ ਹੁੰਦੇ ਨੇ, ਸਹੁੰ ਚੁੱਕਦੇ ਨੇ ਤੇ ਉਹਦੇ ਰਾਜ ਦੇ ਲਈ। ਤੇ ਅਸਲ ਵਿੱਚ ਉਸ ਸਮੇਂ ਉਹਨਾਂ ਨੂੰ ਦੂਰ ਕਰਨ ਦਾ ਯਤਨ ਕੀਤਾ ਗਿਆ। ਤੇ ਫਿਰ ਇੱਕ ਦਿਨ ਜਦੋਂ ਉਹਨੂੰ ਪਤਾ ਲੱਗਾ ਗੋਰਿਆਂ ਦੀ ਕੈਦ ਦੇ ਵਿੱਚ ਕਿ ਹੁਣ ਮੇਰੀ ਮੌਤ ਦੀ ਕਹਾਣੀ ਇਹਨਾਂ ਨੇ ਲਿਖਣੀ ਸ਼ੁਰੂ ਕਰ ਦਿੱਤੀ, ਮੇਰੀ ਜਾਨ ਨੂੰ ਖਤਰਾ ਹੈ, ਤਾਂ ਕਿਲੇ ਦੇ ਵਿੱਚੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਈ। ਜੰਗਲਾਂ ਦੇ ਵਿੱਚ ਵਿਚਰਦਿਆਂ ਹੋਇਆਂ ਭੁੱਖਣ ਭਾਣੀ ਪਾਣ ਨੂੰ ਚੰਗੇ ਉਸ ਕਿਸਮ ਦੇ ਕੀਮਤੀ ਕੱਪੜੇ ਨਹੀਂ ਸਨ। ਸਾਰੀ ਜ਼ਿੰਦਗੀ ਸੁੱਖ ਵੇਖੇ ਸਨ, ਬਹੁਤਾ ਤੁਰਿਆ ਵੀ ਨਹੀਂ ਸੀ ਜਾਂਦਾ। ਤੇ ਉਹਨੇ ਆਪਣੀ ਦਾਸੀ ਨੂੰ ਇੱਕ ਗੱਲ ਕਹੀ ਵੀ ਇੱਥੇ ਕਿਤੇ ਖਾਣ ਪੀਣ ਦਾ ਪ੍ਰਬੰਧ ਹੋ ਸਕਦਾ। ਤੇ ਜੰਗਲ ਦੇ ਵਿੱਚ ਇੱਕ ਸਾਧੂ ਦੀ ਕੁਟੀਆ ਦੇ ਕੋਲ ਉਹ ਲੰਗਰ ਤਿਆਰ ਕਰਕੇ ਆਪਣੇ ਵੱਲੋਂ ਲੋਕਾਂ ਦੇ ਵਿੱਚ ਵੰਡਦੇ ਸਨ। ਤੇ ਦਾਸੀ ਨੇ ਜਾ ਕੇ ਵੇਖਿਆ ਤੇ ਖਾਲੀ ਆ ਗਈ। ਤੇ ਉਹਨੂੰ ਪੁੱਛਿਆ ਵੀ ਕੁਝ ਲੈ ਕੇ ਕਿਉਂ ਨਹੀਂ ਆਈ। ਕਹਿਣ ਲੱਗੀ ਮਿਲ ਤੇ ਸਕਦਾ ਖਾਣ ਦੇ ਲਈ ਕੁਝ, ਪਰ ਉਹ ਕਹਿੰਦੇ ਨੇ ਵੀ ਕੋਈ ਲੈ ਕੇ ਨਹੀਂ ਜਾ ਸਕਦਾ, ਤੁਹਾਨੂੰ ਆਪ ਆਉਣਾ ਪਏਗਾ। ਜਿਹੜੀ ਮਹਾਰਾਣੀ ਜਿੰਦ ਕੌਰ ਹਜ਼ਾਰਾਂ ਲੋਕਾਂ ਨੂੰ ਕਦੇ ਪੈਸਾ ਵੰਡਦਿਆਂ ਹੋਇਆਂ ਹੋਰ ਚੀਜ਼ਾਂ ਵੰਡਦਿਆਂ ਉਹਨੇ ਸੋਚਿਆ ਨਹੀਂ ਸੀ ਵੀ ਮੇਰੀ ਜ਼ਿੰਦਗੀ ਦੇ ਵਿੱਚ ਵੀ ਇਹ ਦਿਨ ਆ ਸਕਦੇ ਨੇ। ਉਦੋਂ ਉਹ ਗਈ ਤੇ ਆਮ ਦੂਸਰੇ ਭਿਖਾਰੀਆਂ ਦੀ ਤਰ੍ਹਾਂ ਲਾਈਨ ਦੇ ਵਿੱਚ ਉਹਨੂੰ ਭਿਖਾਰੀ ਬਣ ਕੇ ਬਹਿਣਾ ਪਿਆ। ਤੇ ਵਰਤਾਨ ਵਾਲਾ ਆਇਆ, ਕੇਲਿਆਂ ਦੇ ਪੱਤਰ ਸਨ ਉਹਦੇ ਕੋਲ, ਉਹਨੇ ਉਹ ਪੱਤਰ ਦੇ ਦਿੱਤੇ ਤੇ ਚੌੜੇ ਕਰਕੇ ਆਪਣੇ ਹੱਥਾਂ ਤੇ ਰੱਖ ਲਏ।
ਇੰਨੇ ਕਰਦਿਆਂ ਨੂੰ ਦੂਸਰਾ ਵਰਤਾਨ ਵਾਲਾ ਹੁੰਦਾ ਹੈ ਤੇ ਉਹਨੇ ਉਬਲੀ ਹੋਈ ਅਰਹਰ ਦੀ ਦਾਲ ਤੇ ਕੁਝ ਜਿਹੜੀ ਭੁੱਜੀ ਹੋਈ ਦਾਲ ਰੱਖੀ, ਜਿੰਨੀ ਜਿੰਨੀ ਦੂਸਰਿਆਂ ਨੂੰ ਦਿੱਤੀ ਉਹਨੂੰ ਦੇ ਦਿੱਤੀ। ਜਦੋਂ ਪਹਿਲੀ ਵਾਰੀ ਅੱਜ ਲਿਆ ਨਾ, ਉਹਦੀਆਂ ਅੱਖਾਂ ਵਹਿ ਤੁਰੀਆਂ, ਉਹ ਅੰਦਰੋਂ ਰੋ ਪਈ। ਦਾਸੀ ਨੇ ਉਹਦੇ ਪਿੱਠ ਤੇ ਹੱਥ ਰੱਖਿਆ ਤੇ ਉਹਨੂੰ ਪਤਾ ਸੀ ਵੀ ਇਹ ਦਿਨ ਇਹਦੀ ਜ਼ਿੰਦਗੀ ਦੇ ਲਈ ਬੜਾ ਔਖਾ ਹੈ। ਅੱਜ ਪਹਿਲਾ ਦਿਨ ਹੋਇਆ ਜਦੋਂ ਇਹਨੇ ਆਪ ਹੱਥ ਅੱਡ ਕੇ ਕਿਸੇ ਕੋਲੋਂ ਮੰਗ ਕੇ ਜਿਹੜੀ ਰੋਟੀ ਖਾਧੀ। ਅਸਲ ਦੇ ਵਿੱਚ ਇਸ ਤਰ੍ਹਾਂ ਕਈ ਵਾਰੀ ਘਟਨਾਵਾਂ ਵਾਪਰਦੀਆਂ ਜ਼ਿੰਦਗੀ ਦੇ ਅੰਦਰ। ਮੇਰੇ ਨਾਲ ਇੱਥੇ ਅਮਰੀਕਾ ਰਹਿੰਦੇ ਆ ਨਾ, ਤੇ ਹੋਮਲੈਸ ਲੋਕਾਂ ਦੇ ਲਈ ਫੂਡ ਲੈ ਕੇ ਜਾਂਦੇ ਸੀ, ਤੇ ਕਿਧਰੇ ਕਾਰ ਦੇ ਵਿੱਚ ਕਿਸੇ ਨੂੰ ਕਿਹਾ ਲੇਡੀਜ਼ ਨੂੰ, ਤੇ ਉਹਦੀ 40-50 ਸਾਲ ਦੀ ਉਮਰ ਹੋਏਗੀ, ਤੇ ਉਹਨੇ ਫੂਡ ਲੈਣ ਤੋਂ ਇਨਕਾਰ ਕਰ ਦਿੱਤਾ। ਜਦੋਂ ਦੂਜੇ ਲੋਕਾਂ ਨੂੰ ਕਾਫੀ ਵੰਡਿਆ, ਕਾਫੀ ਸਮੇਂ ਬਾਅਦ ਉਹਨੇ ਵੇਖਿਆ ਤੇ ਉਹ ਬਾਅਦ ਦੇ ਵਿੱਚ ਆ ਕੇ ਕਹਿਣ ਲੱਗੀ ਮੈਨੂੰ ਲੋੜ ਹੈ। ਤੇ ਬੇਨਤੀ ਕੀਤੀ ਵੀ ਕਾਰਨ ਕੀ ਹੈ, ਵੀ ਪਹਿਲਾਂ ਜਦੋਂ ਦਰਵਾਜ਼ਾ ਖੜਕਾਇਆ ਤਾਂ ਲੇਡੀ ਰੋ ਪਈ, ਕਹਿਣ ਲੱਗੀ ਵੀ ਅਸਲ ਦੇ ਵਿੱਚ ਮੇਰਾ ਸੁਭਾਅ ਨਹੀਂ ਸੀ ਮੰਗਣਾ ਕਦੀ, ਤੇ ਮੈਂ ਜਦੋਂ ਤੈਨੂੰ ਵੱਖਰਾ ਜਿਹਾ ਰੂਪ ਦੇ ਵਿੱਚ ਵੇਖਿਆ ਤੇ ਮੇਰੇ ਮਨ ਦੇ ਅੰਦਰ ਆਇਆ ਵੀ ਇਹ ਪਤਾ ਨਹੀਂ ਕਿਹੜੇ ਕੰਟਰੀ ਦੇ ਵਿੱਚੋਂ ਆ ਕੇ ਇੱਥੇ ਆ ਕੇ ਮਿਹਨਤ ਮਤਲਬ ਕਰ ਰਹੇ ਨੇ। ਤੇ ਅਸਲ ਦੇ ਵਿੱਚ ਪਹਿਲਾਂ ਮੇਰਾ ਦਿਲ ਕੀਤਾ ਵੀ ਮੈਂ ਜਿਹੜੀ ਕੋਈ ਹੈਲਪ ਨਹੀਂ ਲੈਣੀ, ਪਰ ਮੈਨੂੰ ਲੋੜ ਸੀ, ਹੁਣ ਮੇਰੇ ਕੋਲ ਹੋਰ ਚਾਰਾ ਨਹੀਂ ਸੀ। ਜਦੋਂ ਮੈਂ ਵੇਖਿਆ ਵੀ ਯੂ ਆਰ ਗੁੱਡ ਪੀਪਲ, ਤੇ ਅਸਲ ਦੇ ਵਿੱਚ ਕਹਿਣ ਦਾ ਮਤਲਬ ਇਸ ਤਰ੍ਹਾਂ ਵਾਪਰਦਾ ਹੈ ਕਈ ਵਾਰੀ। ਤੇ ਜਦੋਂ ਬੰਦਾ ਕਈ ਵਾਰੀ ਕਿਸੇ ਦੀ ਹੈਲਪ ਕਰਨਾ ਚਾਹੁੰਦਾ ਹੈ ਤੇ ਉਹ ਕਰ ਰਿਹਾ ਹੁੰਦਾ ਹੈ, ਉਹਨੂੰ ਨਹੀਂ ਪਤਾ ਹੁੰਦਾ ਵੀ ਇੱਕ ਦਿਨ ਮੇਰੀ ਜ਼ਿੰਦਗੀ ਦੇ ਵਿੱਚ ਵੀ ਕਈ ਵਾਰੀ ਇਸ ਤਰ੍ਹਾਂ ਦਾ ਉਲਟਾ ਸਮਾਂ ਵੀ ਆ ਸਕਦਾ। ਤੇ ਮਹਾਰਾਣੀ ਜਿੰਦ ਕੌਰ ਦੇ ਜੀਵਨ ਦੇ ਵਿੱਚ ਇਹੋ ਜਿਹਾ ਸਮਾਂ ਆਇਆ। ਇਸੇ ਤਰ੍ਹਾਂ ਤੁਸੀਂ ਕਿਉਂਕਿ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਸੁਣਨੇ ਆ, ਤੇ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਬਾਣੀ ਦੇ ਵਿੱਚ ਵੀ ਅਸਲ ਦੇ ਵਿੱਚ ਜ਼ਿੰਦਗੀ ਵਕਤ ਇੱਕੋ ਵਰਗਾ ਨਹੀਂ ਰਹਿੰਦਾ। ਅੱਜ ਬੰਦਾ ਅਮੀਰ ਹੈ, ਕੁਝ ਸਮੇਂ ਬਾਅਦ ਉਹ ਕੰਗਾਲ ਹੋ ਸਕਦਾ, ਭਿਖਾਰੀ ਬਣ ਸਕਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਗੱਲ ਕਹਿੰਦੀ ਹੈ। ਤੇ ਜੇ ਬਿਲਕੁਲ ਭਿਖਾਰੀ ਹੈ ਤੇ ਇਤਿਹਾਸ ਨੇ ਉਹ ਵੀ ਦਿਨ ਵੇਖੇ ਨੇ, ਜਿਹੜੇ ਬੰਦੇ ਮੰਡੀਆਂ ਦੇ ਵਿੱਚ ਵਿਕਣ ਵਾਲੇ ਸਨ, ਕ੍ਰਿਸਚੀਅਨਿਟੀ ਦੇ ਵਿੱਚ ਯੂਸਫ ਦੀ ਕਹਾਣੀ ਹੈ, ਜਾਂ ਹਿੰਦੁਸਤਾਨ ਦੇ ਵਿੱਚ 13ਵੀਂ ਸਦੀ ਦੇ ਵਿੱਚ ਕਿੰਗ ਬਾਦਸ਼ਾਹ ਜਿਹੜਾ ਬਾਲਬਨ ਦੀ ਕਹਾਣੀ ਹੈ, ਕਿ ਅਸਲ ਦੇ ਵਿੱਚ ਇਹ ਵੀ ਸਮਾਂ ਸੀ ਜਦੋਂ ਸਲੇਬ ਬਣ ਕੇ ਮੰਡੀਆਂ ਦੇ ਵਿੱਚੋਂ ਵਿਕਣ ਵਾਸਤੇ ਗਏ। ਯੂਸਫ ਤੇ ਸੋਹਣਾ ਸੀ, ਕਿਸੇ ਨੇ ਖਰੀਦ ਲਿਆ, ਉਹਦੀ ਸ਼ਕਲ ਸੂਰਤ ਵੇਖ ਕੇ ਲੋਕੀ ਵੇਖ ਕੇ ਗੁਲਾਮ ਖਰੀਦਦੇ ਸਨ। ਬਾਲਬਨ ਜਦੋਂ ਬਾਬਨ ਜਿਹੜਾ ਜਾਂਦਾ ਹੈ, ਉਹਨੂੰ ਅਸਲ ਦੇ ਵਿੱਚ ਖਰੀਦਣ ਦੇ ਲਈ ਵੀ ਕੋਈ ਤਿਆਰ ਨਹੀਂ ਹੁੰਦਾ। ਤੇ ਕਹਿਣ ਲੱਗੇ ਉਹ ਜਿਹੜੀ ਸ਼ਕਲੋ ਸੂਰਤ ਵੇਖ ਕੇ ਅਸਲ ਦੇ ਵਿੱਚ ਇਹ ਬੰਦੇ ਦੀ ਬੜੀ ਵੱਡੀ ਬੇਅਦਬੀ ਸੀ, ਵੀ ਡਿਸਰਿਸਪੈਕਟ, ਵੀ ਬੰਦਾ ਬਾਜ਼ਾਰ ਦੇ ਵਿੱਚ ਮੰਡੀ ਦੇ ਵਿੱਚ ਵਿਕਣ ਵਾਸਤੇ ਆਇਆ ਤੇ ਉਹਦੀ ਸ਼ਕਲ ਵੇਖ ਕੇ ਕੋਈ ਉਹਨੂੰ ਖਰੀਦਣ ਵਾਸਤੇ, ਮੁੱਲ ਖਰੀਦਣ ਵਾਸਤੇ ਤਿਆਰ ਨਹੀਂ। ਤੇ ਉਹ ਸਮੇਂ ਦੇ ਫਿਰ ਬਾਦਸ਼ਾਹ ਵੀ ਬਣੇ, ਤੇ ਵੱਡੇ ਵੱਡੇ ਧਨਵਾਨ, ਵੱਡੀ ਵੱਡੀ ਲਿਆਕਤ ਦੇ ਲੋਕ ਜਿਹੜੇ ਮਾਲਕ ਸਨ, ਹੋਰ ਲੋਕ, ਤੇ ਉਹਦੇ ਅੱਗੇ ਆ ਕੇ ਹੱਥ ਜੋੜ ਕੇ ਖਲੋਂਦੇ ਰਹੇ। ਕਹਿਣ ਦਾ ਮਤਲਬ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਜ਼ਿਕਰ ਕੀਤਾ ਹੈ, ਰਾਜਾ ਸ਼ਰਮ ਮਿਤ ਨਹੀਂ ਜਾਨੀ ਤੇਰੀ, ਤੇਰੇ ਸੰਤਨ ਕੀ ਹੋਂ ਚੇਰੀ। ਹਸਤੋ ਜਾਏ ਸੋ ਰੋਬਤ ਆਵੈ, ਰੋਬਤ ਜਾਏ ਸੋ ਹਸੈ। ਜੋ ਚਿਹਰਾ ਸਵੇਰੇ ਘਰੋਂ ਹੱਸਦਾ ਹੋਇਆ ਘਰੋਂ ਬਾਹਰ ਨਿਕਲਦਾ, ਅੱਜ ਸਾਡੀ ਜ਼ਿੰਦਗੀ ਦੇ ਵਿੱਚ ਹਾਸੇ ਨੇ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਘਰੋਂ ਹੱਸਦਾ ਨਿਕਲਿਆ ਤੇ ਸ਼ਾਮਾਂ ਪਈਆਂ ਉਹੀ ਬੰਦਾ ਰੋਂਦਾ ਚੀਕਾਂ ਮਾਰਦਾ ਘਰ ਵੜਿਆ, ਕਿਉਂਕਿ ਸਮਾਂ ਇੱਕੋ ਵਰਗਾ ਨਹੀਂ ਰਹਿਣ ਦਿੰਦਾ ਬੰਦੇ ਨੂੰ। ਰੋਬਤ ਜਾਏ ਸੋ ਹਸੈ, ਜੋ ਬੰਦਾ ਰੋਂਦਾ ਕਹਿੰਦਾ ਮੇਰੀ ਜ਼ਿੰਦਗੀ ਦੇ ਵਿੱਚ ਦੁਸ਼ਵਾਰੀ, ਹੁਣ ਕਦੀ ਚੰਗਾ ਸਮਾਂ ਆ ਹੀ ਨਹੀਂ ਸਕਦਾ, ਤੇ ਸਮਾਂ ਬਦਲਦਾ ਹੈ, ਉਹਦੀ ਜ਼ਿੰਦਗੀ ਦੇ ਵਿੱਚ ਹਾਸੇ ਆ ਜਾਂਦੇ ਨੇ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਬਸਤੋ ਹੋਏ ਹੋਏ ਸੋ ਊਜਰ, ਊਜਰ ਹੋਏ ਸੋ ਬਸੈ। ਜਿਹੜੇ ਘੁੱਗ ਬਸਤੇ ਸ਼ਹਿਰ ਸਨ, ਉਹ ਕਈ ਵਾਰੀ ਬਿਆਬਾਨ ਬਸਤੀਆਂ ਜਿਹੜਾ ਖੰਡਹਰਾਂ ਦੇ ਵਿੱਚ ਬਦਲ ਜਾਂਦੇ ਨੇ, ਜੰਗਲਾਂ ਦੇ ਵਿੱਚ ਬਦਲ ਜਾਂਦੇ ਨੇ। ਤੇ ਜਿੱਥੇ ਕਿਧਰੇ ਬਿਆਬਾਨ ਜੰਗਲ ਹੁੰਦੇ ਨੇ ਜਾਂ ਉਜਾੜ ਹੁੰਦੇ ਨੇ, ਉੱਥੇ ਕਿਧਰੇ ਵੱਡੇ ਵੱਡੇ ਸ਼ਹਿਰ ਵਸੇ ਹੋਏ ਨੇ। ਅੱਜ ਦੁਨੀਆ ਦੀ ਇੱਕ ਕਹਾਣੀ ਹੈ, ਸਾਡੇ ਸਾਹਮਣੇ ਵਾਪਰਦੀ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਜਲ ਤੇ ਥਲ ਕਰ, ਥਲ ਤੇ ਕੂਆਂ ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ। ਧਰਤੀ ਤੋਂ ਆਕਾਸ਼ ਤੇ ਚੜਾ ਦਿੰਦਾ
ਤੇ ਆਕਾਸ਼ ਤੋਂ ਡਿੱਗਦਿਆਂ ਦੇਰ ਨਹੀਂ ਲੱਗਦੀ। ਇਸ ਕਰਕੇ ਬੰਦੇ ਦੀ ਕਹਾਣੀ ਇੰਨੀ ਕੀ ਹੈ, ਬੰਦੇ ਦੀ ਔਕਾਤ ਇੰਨੀ ਹੈ। ਹਾਂ, ਬੰਦਾ ਜਦੋਂ ਬੰਦੇ ਕੋਲ ਪਦਵੀ ਹੁੰਦੀ ਹੈ, ਪੈਸਾ ਹੁੰਦਾ ਜਾਂ ਬੰਦੇ ਕੋਲ ਤਾਕਤ ਹੁੰਦੀ ਹੈ, ਉਦੋਂ ਉਹ ਸੋਚ ਲੈਂਦਾ ਵੀ ਅਸਲ ਦੇ ਵਿੱਚ ਮੇਰੀ ਰਿਸਪੈਕਟ ਹੋ ਰਹੀ ਹੈ। ਪਰ ਇਹ ਬੰਦੇ ਦਾ ਭੁਲੇਖਾ ਹੁੰਦਾ ਜਦੋਂ ਪਦਵੀ, ਪੈਸਾ, ਤਾਕਤ ਕਿਸੇ ਹੋਰ ਕੋਲ ਚਲੀ ਜਾਂਦੀ ਹੈ। ਤੇ ਲੋਕ ਤੇ ਸਵਾਰਥੀ ਨਹੀਂ, ਲੋਕ ਤੇ ਪੁੱਛਣਾ ਬੰਦ ਕਰ ਦਿੰਦੇ ਨੇ। ਲੋਕ ਤੇ ਫਿਰ ਉਹ ਜਿਹਦੇ ਕੋਲ ਤਾਕਤ ਚਲੀ ਗਈ ਹੈ ਉਹਦੇ ਚਰਨੀ ਲੱਗਣ ਲੱਗ ਪੈਂਦੇ ਨੇ। ਇਸ ਕਰਕੇ ਬੰਦੇ ਦਾ ਭੁਲੇਖਾ ਇਸ ਦੁਨੀਆ ਦੇ ਅੰਦਰ ਹੀ ਨਿਕਲ ਜਾਂਦਾ ਹੈ। ਜੇ ਕਿਧਰੇ ਤੁਸੀਂ ਦੁਨੀਆ ਦਾ ਇਤਿਹਾਸ ਪੜ੍ਹ ਕੇ ਵੇਖੋ, ਲੀਬੀਆ ਵਰਗੇ ਬਾਦਸ਼ਾਹ ਆਪਣੇ ਬੰਦਿਆਂ ਨੇ ਹੀ ਜਿਹੜਾ ਕੁੱਟ-ਕੁੱਟ ਕੇ ਕਈ ਵਾਰੀ ਮਾਰ ਦਿੰਦੇ ਨੇ ਜਿਨ੍ਹਾਂ ਤੇ ਰਾਜ ਕੀਤਾ ਹੁੰਦਾ। ਅਸਲ ਦੇ ਵਿੱਚ ਕਹਿਣ ਤੋਂ ਮੁਰਾਦ ਗੁਰੂ ਸਾਹਿਬ ਜੀ ਨੇ ਸਾਰਾ ਕੁਝ ਵੇਖ ਕੇ ਨਾ ਸੰਸਾਰ ਦੀ ਅਸਲੀਅਤ ਤੇ ਸਾਨੂੰ ਇੱਕ ਸਹੀ ਜਾਣਕਾਰੀ ਦਿੱਤੀ। ਤੇ ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਫਰਮਾਨ ਕੀਤਾ, ਬੰਦਿਆ ਅਸਲ ਦੇ ਵਿੱਚ ਇਹ ਗੱਲ ਵੇਖਣ ਵਾਲੀ ਆਈ ਹੈ ਕਿ ਦਾਤਾ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਹੈ। ਉਹੀ ਦਾਤਾ ਦੇਣ ਵਾਲਾ ਹੈ। ਸਮਾਂ ਬਦਲਦਾ ਬੰਦੇ ਕੋਲ ਤੇ ਆਪਣੇ ਕੋਲ ਕੁਝ ਨਹੀਂ ਰਹਿੰਦਾ। ਇੱਥੋਂ ਤੱਕ ਵੀ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਅਸਲ ਦੇ ਵਿੱਚ ਤਨ ਵੀ ਉਹ ਦੇਣ ਵਾਲਾ, ਧਨ ਵੀ ਉਹ ਦੇਣ ਵਾਲਾ, ਰੁਤਬੇ ਵੀ ਉਹਦੀ ਕਿਰਪਾ ਦੇ ਨਾਲ ਵਾਪਰਦੇ ਨੇ। ਤੇ ਅੱਜ ਦੇ ਸ਼ਬਦ ਦੇ ਅੰਦਰ ਹਜ਼ੂਰ ਜ਼ਿਕਰ ਕਰ ਰਹੇ ਨੇ, ਦਾਸੈ ਏਕ ਨਿਹਾਰਿਆ ਸਭ ਕਛ ਦੇਵਨਹਾਰ, ਕਿ ਦਾਸਾਂ ਨੇ ਇਹ ਨਿਹਾਰਿਆ, ਕੁਦਰਤ ਦੇ ਵਿੱਚੋਂ ਵੇਖ ਲਿਆ, ਅਬਜ਼ਰਵ ਕੀਤਾ ਹੈ ਕਿ ਸਾਰਾ ਕੁਝ ਦੇਣ ਵਾਲਾ ਦਾਤਾ ਅਕਾਲ ਪੁਰਖ ਵਾਹਿਗੁਰੂ ਹੈ। ਸਾਸ ਸਾਸ ਸਿਮਰਤ ਰਹਿ, ਫਿਰ ਸਵਾਸ ਸਵਾਸ ਉਹਨੂੰ ਸਿਮਰਦੇ ਰਹਿੰਦੇ ਨੇ। ਇਹ ਗੱਲ ਨੂੰ ਨਹੀਂ ਭੁੱਲਦੇ ਕਿ ਦਾਤਾ ਕੇਵਲ ਅਕਾਲ ਪੁਰਖ ਵਾਹਿਗੁਰੂ ਹੀ ਹੈ। ਨਾਨਕ ਦਰਸ ਆਧਾਰ, ਤੇ ਉਹਦੇ ਦਰਸ਼ਨਾਂ ਦੇ ਉੱਤੇ ਉਹ ਆਪਣਾ ਆਸਰਾ ਰੱਖਦੇ ਨੇ। ਦਰਸ਼ ਆਧਾਰ ਦਾ ਮਤਲਬ ਹੈ, ਵੇਖੋ ਦਰਸ਼ਨ ਕਿਵੇਂ ਹੁੰਦੇ ਨੇ। ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਅਸੀਂ ਪੜ੍ਹਦੇ ਹਾਂ ਨਾ ਕਿ ਅਕਾਲ ਪੁਰਖ ਵਾਹਿਗੁਰੂ ਨਿਰਭਉ ਹੈ, ਕਿਸੇ ਤੋਂ ਨਹੀਂ ਡਰਦਾ। ਤੇ ਸਾਰਾ ਸਿੱਖ ਇਤਿਹਾਸ ਪੜ੍ਹ ਲਈਏ, ਗੁਰੂ ਸਾਹਿਬ ਜੀ ਦਾ ਇਤਿਹਾਸ ਪੜ੍ਹ ਲਈਏ। 10 ਗੁਰੂ ਸਾਹਿਬਾਨਾਂ ਦੇ ਤੇ ਸਮੇਂ ਜੀਵਨ ਦੇ ਵਿੱਚ ਇੱਕ ਪਲ ਵੀ ਸਮਾਂ ਨਹੀਂ ਆਇਆ ਜਦੋਂ ਕਿਸੇ ਕੋਲੋਂ ਵੀ ਡਰਦੇ ਹੋਣ। ਇਹਦਾ ਮਤਲਬ ਨਿਰਭਉ ਜਪੈ ਸਗਲ ਭਉ ਮਿਟੈ। ਹੁਣ ਰੱਬ ਦੇ ਦੀਦਾਰ ਕਿਵੇਂ ਗੁਰੂ ਸਾਹਿਬ ਜੀ ਨੇ ਕੀਤੇ ਨੇ, ਉਹਨਾਂ ਦੀ ਆਪਣੀ ਸ਼ਖਸੀਅਤ ਦੇ ਵਿੱਚੋਂ ਰੱਬ ਪ੍ਰਗਟ ਹੋਇਆ ਵੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਡਰ ਨਹੀਂ ਹੈ। ਸਾਰਾ 100 ਸਾਲ ਦਾ ਉਸ ਤੋਂ ਬਾਅਦ ਦਾ ਇਤਿਹਾਸ ਪੜ੍ਹੋ। ਬਾਬਾ ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ ਜੀ ਬੰਦ ਕਟਾ ਰਹੇ ਨੇ, ਭਾਈ ਤਾਰੂ ਸਿੰਘ ਜੀ ਦਾ ਖੋਪੜ ਉਤਾਰਿਆ ਜਾ ਰਿਹਾ ਹੈ। ਸਾਰੇ ਇਤਿਹਾਸ ਦੇ ਵਿੱਚ ਦਾਸਾਂ ਨੇ ਉਸ ਅਕਾਲ ਪੁਰਖ ਦੇ ਦਰਸ਼ਨ ਕਰ ਲਏ ਨੇ, ਆਪਣੇ ਅੰਦਰੋਂ ਨਿਰਭਉ ਹੋ ਗਏ ਨੇ। ਜੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਨਿਰਭੈਤਾ ਦਿੱਤੀ ਏ ਤੇ ਉਹਨਾਂ ਦੀ ਬਰੇਵਰੀ ਦੇ ਵਿੱਚੋਂ, ਉਹਨਾਂ ਦੀ ਬਹਾਦਰੀ ਦੇ ਵਿੱਚੋਂ ਇਹ ਝਲਕਦੀ ਏ ਗੱਲ। ਇਸੇ ਤਰ੍ਹਾਂ ਜਦੋਂ ਅਸੀਂ ਕਹਿੰਦੇ ਹਾਂ ਨਾ ਅਕਾਲ ਪੁਰਖ ਦੇਣ ਵਾਲਾ ਹੈ, ਤੇ ਰੱਬ ਦੇ ਜਿਹੜੇ ਭਗਤ ਨੇ ਉਹ ਕਿਸੇ ਅੱਗੇ ਹੱਥ ਨਹੀਂ ਅੱਡਦੇ, ਕਿਸੇ ਦੇ ਗੁਲਾਮ ਨਹੀਂ ਬਣਦੇ। ਅਸਲ ਦੇ ਵਿੱਚ ਉਹ ਕਿਸੇ ਤੋਂ ਆਸ ਨਹੀਂ ਰੱਖਦੇ, ਉਹ ਇੰਡੀਪੈਂਡੈਂਟ ਹੁੰਦੇ ਨੇ। ਤੇ ਗੁਰੂ ਸਾਹਿਬ ਜੀ ਬਾਣੀ ਦੇ ਵਿੱਚ ਅਸੀਂ ਕਈ ਵਾਰੀ ਪੜ੍ਹਦੇ ਹਾਂ, ਜਾਂ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਂ ਕੀ ਕਮੀਆਂ। ਉਸ ਅਵਸਥਾ ਨੂੰ ਉਹ ਮਾਣਦੇ ਨੇ ਆਪਣੇ ਜੀਵਨ ਦੇ ਵਿੱਚ। ਤੇ ਅੱਜ ਗੁਰੂ ਸਾਹਿਬ ਜੀ ਕਹਿ ਰਹੇ ਨੇ, ਪੌੜੀ ਦੇ ਅੰਦਰ ਫਰਮਾ ਰਹੇ ਨੇ ਹਜ਼ੂਰ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਕਿ ਦਾਤਾ ਸਾਰੀ ਦੁਨੀਆ ਨੂੰ ਦੇ ਰਿਹਾ ਹੈ। ਔਰ ਸਾਰੀ ਦੁਨੀਆ ਦੇ ਵਿੱਚ ਹਜ਼ੂਰ ਕਹਿੰਦੇ ਨੇ ਕਿੰਨੇ ਕੁ ਦਾਤ ਉਹ ਵੰਡ ਰਿਹਾ ਹੈ। ਦੇਂਦੇ ਤੋਟ ਨਾ ਆਵਈ ਅਗਣਤ ਭਰੇ ਭੰਡਾਰ, ਅਣਗਿਣਤ ਭੰਡਾਰੇ ਨੇ ਉਸ ਅਕਾਲ ਪੁਰਖ ਦੇ। ਆ ਵੇਖੋ ਧਰਤੀ ਨੂੰ ਇੰਨਾ ਜਿਹੜਾ ਸક્ષਮ ਬਣਾਇਆ ਕਿ ਸਦੀਆਂ ਤੋਂ ਜਨਰੇਸ਼ਨ ਟੂ ਜਨਰੇਸ਼ਨ, ਕੇਵਲ ਬੰਦਾ ਹੀ ਨਹੀਂ, ਸਾਰੇ ਜੀਵ ਜੰਤੂ ਇੱਥੋਂ, ਸਾਰੇ ਕ੍ਰੀਚਰਸ ਇੱਥੋਂ ਜਿਹੜੇ ਖਾ ਰਹੇ ਨੇ। ਪਰ ਇਹ ਭੰਡਾਰਾ ਲਗਾਤਾਰ ਚੱਲਿਆ ਹੋਇਆ, ਧਰਤੀ ਦੇਗ ਮਿਲਿਆ ਇੱਕ ਵੇਰਾ, ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਵੀ ਜਿਹੜਾ ਜ਼ਿਕਰ ਕੀਤਾ ਹੈ। ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਦਾਤ ਹੈ। ਫਿਰ ਸਰੀਰ ਦੇ ਰੂਪ ਦੇ ਵਿੱਚ ਸਾਡੇ ਕੋਲ ਦਾਤ ਹੈ,
ਫਿਰ ਤੁਸੀਂ ਵੇਖੋਗੇ ਕਈ ਲੋਕ ਨਾ ਅੱਜ ਵੀ ਅਸੀਂ ਪੜ੍ਹਨੇ ਆ ਅਫਰੀਕਨ ਕੰਟਰੀਜ਼ ਦੇ ਵਿੱਚ, ਇੱਥੇ ਤੇ ਸਾਨੂੰ ਸ਼ਾਇਦ ਉਹ ਅਹਿਸਾਸ ਨਾ ਹੋਵੇ, ਜਾਂ ਇੰਡੀਆ ਦੇ ਬਹੁਤ ਸਾਰੇ ਇਲਾਕੇ ਹੈ ਨੇ ਹੋਰ ਜਿਹੜੇ ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਬਹੁਤ ਲੋਕ ਨੇ ਭੁੱਖਮਰੀ ਦਾ ਸ਼ਿਕਾਰ ਵੀ ਹੋ ਕੇ ਮਰਦੇ ਨੇ, ਸਟਾਰਵੇਸ਼ਨ ਨਾਲ ਵੀ ਬੜਿਆਂ ਦੀ ਮੌਤ ਹੁੰਦੀ ਹੈ। ਤੇ ਅਸੀਂ ਗੁਰੂ ਸਾਹਿਬ ਜੀ ਦੇ ਜਦੋਂ ਇਹ ਬਚਨ ਪੜ੍ਹਨੇ ਆ, ਦਿਨ ਦੇ ਤੋਟ ਨਾ ਆਵੇ ਅਗਣਤ ਭਰੇ ਭੰਡਾਰ, ਕਿਉਂਕਿ ਰੱਬ ਤੇ ਸਾਰਿਆਂ ਦਾ ਹੀ ਨਾ, ਅਕਾਲ ਪੁਰਖ ਵਾਹਿਗੁਰੂ ਤੇ ਸਾਰਿਆਂ ਤੇ ਬਖਸ਼ਿਸ਼ ਕਰਨ ਵਾਲੇ ਨੇ। ਅਸਲ ਦੇ ਵਿੱਚ ਰੱਬ ਨੇ ਤੇ ਧਰਤੀ ਦੇ ਦਿੱਤੀ ਹੈ, ਸਾਰੇ ਕੁਦਰਤ ਦੇ ਸਾਧਨ ਮੁਹੱਈਆ ਕਰਵਾ ਲਏ ਨੇ, ਪਰ ਇੱਥੇ ਕੁਝ ਬੰਦਿਆਂ ਨੇ ਆਪਣੀ ਪਾਵਰ ਹਾਸਲ ਕਰਕੇ, ਤਾਕਤ ਹਾਸਲ ਕਰਕੇ ਧਰਤੀ ਦੇ ਰਿਸੋਰਸਿਸ ਦੇ ਉੱਤੇ ਕਬਜ਼ਾ ਕਰ ਲਿਆ ਹੋਇਆ, ਤੇ ਅਸਲ ਦੇ ਵਿੱਚ ਦੂਜਿਆਂ ਨੂੰ ਐਕਸਪਲੋਇਟ ਕਰਕੇ ਤਾਂ ਜਿਹੜਾ ਵਾਂਝੇ ਕਰ ਦਿੱਤਾ ਗਿਆ ਉਹਨਾਂ ਦੇ ਅਧਿਕਾਰਾਂ ਤੋਂ। ਇਸ ਕਰਕੇ ਵੀ ਭੁੱਖਮਰੀ ਦਾ ਸ਼ਿਕਾਰ ਹੋ ਕੇ ਲੋਕ ਮਰਦੇ ਨੇ। ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਇੱਕ ਹੋਰ ਕਾਰਨ ਦੱਸਿਆ ਵੀ ਜਦੋਂ ਬੰਦਾ ਲੇਜ਼ੀ ਹੋ ਜਾਏ, ਉਦਮ ਨਾ ਕਰੇ, ਆ ਘਰ ਦੇ ਵਿੱਚ ਗਰੀਬੀ ਹੋਵੇ ਨਾ ਤੇ ਅਮੀਰੀ ਹੋਵੇ, ਇਹਦੇ ਦੋ ਹੀ ਕਾਰਨ ਗੁਰਬਾਣੀ ਦੇ ਵਿੱਚ ਮੇਨ, ਤੇ ਹੋਰ ਵੀ ਬੜੇ ਕਾਰਨ ਹੋ ਸਕਦੇ ਨੇ। ਅਮੀਰੀ ਦਾ ਪਹਿਲਾ ਇੱਕ ਕਾਰਨ ਹੁੰਦਾ ਬੰਦੇ ਨੇ ਪੀੜ੍ਹੀ ਦਰ ਪੀੜ੍ਹੀ ਕੰਮ ਕੀਤਾ ਹੋਵੇ, ਮਿਹਨਤ ਕੀਤੀ ਹੋਵੇ ਤੇ ਸਿਆਣਪ ਤੋਂ ਕੰਮ ਲਿਆ ਹੋਵੇ, ਗਿਆਨ ਹਾਸਲ ਕੀਤਾ ਹੋਵੇ, ਤੇ ਉਹ ਬੰਦਾ ਵੀ ਅਮੀਰ ਹੋ ਸਕਦਾ ਹੈ। ਦੂਸਰਾ ਕਾਰਨ ਹੁੰਦਾ ਜਿਹਨੇ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ, ਇੱਕ ਤੇ ਭਾਗ ਉਦਮ ਲਬਧਯੰ ਮਾਇਆ, ਇੱਕ ਸ਼ਬਦ ਅਸੀਂ ਪੜ੍ਹਨੇ ਆ। ਦੂਸਰਾ ਹੈ ਪਾਪਾਂ ਬਾਝੋਂ ਹੋਵੈ ਨਾਹੀ, ਮੂੰਹਾਂ ਸਾਥ ਨਾ ਜਾਈ। ਬੰਦੇ ਨੇ ਪਾਪ ਕੀਤਾ ਹੋਵੇ, ਦੂਜਿਆਂ ਨੂੰ ਐਕਸਪਲੋਇਟ ਕੀਤਾ ਹੋਵੇ, ਉਹਨਾਂ ਨੂੰ ਕੰਮ ਕਰਾ ਕੇ ਪੂਰਾ ਪੈਸਾ ਨਾ ਦਿੱਤਾ ਹੋਵੇ, ਤਾਂ ਵੀ ਬਿਜ਼ਨਸ ਖੜਾ ਕੀਤਾ ਜਾ ਸਕਦਾ। ਇਸੇ ਤਰ੍ਹਾਂ ਦੂਸਰਿਆਂ ਨੂੰ ਕਿਸੇ ਨਾ ਕਿਸੇ ਨੂੰ ਲੁੱਟਿਆ ਹੋਵੇ, ਹੇਰਾਫੇਰੀ ਕੀਤੀ ਹੋਵੇ, ਤਾਂ ਵੀ ਬੰਦਾ ਅਮੀਰ ਹੋ ਸਕਦਾ। ਇਸੇ ਤਰ੍ਹਾਂ ਗਰੀਬੀ ਦੇ ਵੀ ਦੋ ਵੱਡੇ ਵੱਡੇ ਮੇਨ ਕਾਰਨ ਨੇ। ਇੱਕ ਤਾਂ ਬੰਦੇ ਨੇ ਪੀੜ੍ਹੀ ਦਰ ਪੀੜ੍ਹੀ ਕੰਮ ਨਾ ਕੀਤਾ ਹੋਵੇ, ਆਲਸੀ ਹੋਵੇ, ਗਿਆਨ ਹਾਸਲ ਨਾ ਕੀਤਾ ਹੋਵੇ, ਅਕਲ ਤੋਂ ਕੰਮ ਨਾ ਲਿਆ ਹੋਵੇ, ਤਾਂ ਵੀ ਬੰਦਾ ਗਰੀਬ ਹੋ ਸਕਦਾ। ਤੇ ਇੱਕ ਕਾਰਨ ਇਹ ਵੇ ਕਿ ਬੰਦੇ ਨੇ ਕੰਮ ਤਾਂ ਕੀਤਾ ਹੋਵੇ ਪਰ ਉਹਦਾ ਸ਼ੋਸ਼ਣ ਹੋਇਆ ਹੋਵੇ, ਵੀ ਦੂਸਰਿਆਂ ਨੇ ਲੁੱਟ ਲਿਆ ਹੋਵੇ। ਪੁਰਾਣੇ ਰਾਜੇ ਜਿਹੜੇ ਸ਼ਹਿਰਾਂ ਦੇ ਸ਼ਹਿਰ ਉਜਾੜ ਦਿੰਦੇ ਸਨ। ਇਸ ਕਰਕੇ ਗਰੀਬੀ ਅਮੀਰੀ ਦੇ ਕਈ ਕਾਰਨ ਹੋ ਸਕਦੇ ਨੇ, ਪਰ ਉਸ ਅਕਾਲ ਪੁਰਖ ਵਾਹਿਗੁਰੂ ਵੱਲੋਂ ਸਾਡੇ ਨਾਲ ਕਿਸੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਕੀਤਾ ਜਾਂਦਾ। ਧਰਤੀ ਦੇ ਸਾਰੇ ਸਾਧਨ ਜਿਹੜੇ ਨੇ ਉਹਨੇ ਦਿੱਤੇ ਹੋਏ ਨੇ, ਬਸ ਦੇਸ਼ਾਂ ਦੀਆਂ ਆਪਣੀਆਂ ਇਕਨੋਮਿਕ ਪਾਲਿਸੀਜ਼ ਨੇ, ਬੰਦਿਆਂ ਨੇ ਰਿਸੋਰਸਿਸ ਦੇ ਉੱਤੇ ਕਬਜ਼ਾ ਕੀਤਾ, ਤਾਂ ਦੁਨੀਆ ਦੇ ਅੰਦਰ ਗਰੀਬੀ ਹੋ ਸਕਦੀ ਹੈ। ਇਸ ਕਰਕੇ ਬਹੁਤ ਸਾਰੇ ਲੋਕ ਜਿਹੜੇ ਨੇ, ਜਿਹੜਾ ਧਰਮ ਹੈ ਨਾ, ਦੋ ਧਿਰਾਂ ਹੁੰਦੀਆਂ ਦੁਨੀਆ ਦੇ ਅੰਦਰ। ਇੱਕ ਐਕਸਪਲਾਈਟਰਸ ਹੁੰਦੇ ਨੇ ਜਿਹੜੇ ਦੂਜਿਆਂ ਦਾ ਸ਼ੋਸ਼ਣ ਕਰਦੇ ਨੇ, ਇੱਕ ਐਕਸਪਲਾਈਟਡ ਹੁੰਦੇ ਨੇ ਜਿਨ੍ਹਾਂ ਦਾ ਸ਼ੋਸ਼ਣ ਹੋ ਰਿਹਾ ਹੁੰਦਾ। ਤੇ ਧਰਮ ਜਿਹੜਾ ਨਾ, ਸੂਰਾ ਸੋ ਪਹਿਚਾਨੀਆਂ ਜੋ ਲੜਾ ਦੀਨ ਕੇ ਹੇਤ, ਤੇ ਉਹ ਜਿਹੜੇ ਐਕਸਪਲਾਈਟਡ ਹੁੰਦੇ ਨੇ, ਜਿਨ੍ਹਾਂ ਨਾਲ ਧੱਕਾ ਸ਼ੋਸ਼ਣ ਹੋ ਰਿਹਾ ਹੁੰਦਾ, ਉਹਨਾਂ ਦੇ ਹੱਕ ਦੇ ਵਿੱਚ ਧਰਮ ਆ ਕੇ ਖਲੋਂਦਾ। ਇਸ ਕਰਕੇ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਇਹ ਵੀ ਸਾਡੀ ਗਰੀਬੀ ਦੂਰ ਕਰਨ ਦੇ ਲਈ ਵੀ ਰੱਬ ਦੇ ਭੰਡਾਰੇ ਤੇ ਅਗਣਤ ਨੇ, ਤੇ ਤੁਹਾਨੂੰ ਕਿਰਤ ਕਰਨੀ ਚਾਹੀਦੀ ਹੈ, ਆਪਣੇ ਅੰਦਰ ਸਿਆਣਪ ਪੈਦਾ ਕਰਨੀ ਚਾਹੀਦੀ ਹੈ। ਆਪਣੀ ਗਰੀਬੀ ਦੇ ਸੰਗਲ ਜੰਜੀਰਾਂ ਤੁਸੀਂ ਆਪ ਤੋੜਨੀਆਂ, ਉਦਮ ਕਰੋ। ਜਿਹੜਾ ਉਦਮ ਕਰਿੰਦਿਆਂ ਜੀਓ ਤੂੰ, ਕਮਾਉਂਦਿਆਂ ਸੁਖ ਪੁੰਚ, ਇਹ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਜ਼ਿਕਰ ਕੀਤਾ ਹੈ। ਅੱਜ ਦੇ ਸ਼ਬਦ ਦੇ ਅੰਦਰ ਹਜ਼ੂਰ ਕਹਿ ਰਹੇ ਨੇ ਵੀ ਰੱਬ ਦੇ ਭੰਡਾਰੇ ਅਗਣਤ ਨੇ, ਤੇ ਉਹ ਦਿਨ ਦੇ ਤੋਟ ਨਾ ਆਵਈ ਅਗਣਤ ਭਰੇ ਭੰਡਾਰ, ਦੈਨ ਹਾਰ ਸਦ ਜੀਵਨ ਹਾਰਾ। ਉਹ ਦਾਤਾਂ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਸਦਾ ਹੀ ਜਿਉਂਦਾ ਰਹੇਗਾ। ਕਿਉਂਕਿ ਦੁਨੀਆ ਦੇ ਅੰਦਰ ਕਈ ਵਾਰੀ ਬੰਦਾ ਬੰਦੇ ਤੋਂ ਆਸ ਰੱਖਦਾ ਨਾ, ਸਦਾ ਨਹੀਂ ਪੂਰੀਆਂ ਬੰਦਾ ਕਰ ਸਕਦਾ ਉਹਦੇ ਕੋਲ ਆਸਾਂ। ਜਾਂ ਬੰਦਾ ਛੱਡ ਕੇ ਚਲਾ ਜਾਂਦਾ, ਜਾਂ ਜਿਹਦੇ ਉੱਤੇ ਡਿਪੈਂਡ ਹੁੰਦਾ ਉਹ ਵੀ ਚਲਾ ਜਾ ਸਕਦਾ ਹੈ। ਪਰ ਦਾਤਾਂ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ। ਹਜ਼ੂਰ ਕਹਿੰਦੇ ਨੇ, ਮਨ ਮੂਰਖ ਕਿਉਂ ਤਾਹੇ ਵਿਸਾਰਾ, ਕਿ ਹੇ ਮੂਰਖ ਮਨਾ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਭੁੱਲ ਕਿਉਂ ਗਿਆ ਹੈ। ਦੋਸ਼ ਨਾਹੀਂ ਕਾਹੂ ਕੋ ਮੀਤਾ, ਮਾਇਆ ਮੋਹ ਬੰਦ ਪ੍ਰਭ ਕੀਤਾ। ਅਸਲ ਦੇ ਵਿੱਚ ਕੁਦਰਤ ਦੇ ਵਿੱਚ ਨਾ, ਗੁਰੂ ਸਾਹਿਬ ਜੀ ਵੇਖੋ ਬਾਰ-ਬਾਰ ਸ਼ਬਦ ਦੇ ਰਾਹੀਂ ਸਾਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦੇ ਨੇ। ਤੇ ਨਾਲ ਦੀ ਨਾਲ ਐਂਡ ਦੇ ਵਿੱਚ ਜਦੋਂ ਗੁਰੂ ਸਾਹਿਬ ਜੀ
ਸ਼ਬਦ ਨੂੰ ਦੀ ਸਮਾਪਤੀ ਕਰਦੇ ਨੇ ਤੇ ਹਜ਼ੂਰ ਫਿਰ ਮਨੁੱਖਤਾ ਦੇ ਪ੍ਰਤੀ ਪ੍ਰੇਮ ਦੇ ਨਾਲ ਭਰ ਜਾਂਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਬੰਦੇ ਦੇ ਅੰਦਰ ਹੀ ਮਾਇਆ ਦਾ ਮੋਹ ਹੈ, ਇਸ ਕਰਕੇ ਇਹਦਾ ਦੋਸ਼ ਨਹੀਂ ਹੈ ਜੇ ਬੰਦੇ ਦਾ ਜੀਵਨ ਦੇ ਅੰਦਰ ਰੱਬ ਨੇ ਭੰਡਾਰਿਆਂ ਦੇ ਵਿੱਚ ਕੋਈ ਕਮੀ ਨਹੀਂ ਛੱਡੀ। ਇਹ ਬੰਦੇ ਨੂੰ ਜੇ ਨਹੀਂ ਮਿਲ ਰਿਹਾ ਇਹਦਾ ਕਾਰਨ ਹੈ ਬੰਦਾ ਅੰਦਰੋਂ ਦੁਖੀ ਹੈ, ਪਰੇਸ਼ਾਨ ਹੈ, ਕਿਉਂਕਿ ਮਾਇਆ ਦੇ ਬੰਧਨਾਂ ਦੇ ਵਿੱਚ ਬੰਦਾ ਵੱਜਾ ਹੋਇਆ। ਇਹ ਗੁਰੂ ਸਾਹਿਬ ਜੀ ਅੱਜ ਦੇ ਸ਼ਬਦ ਦੇ ਅੰਦਰ ਜ਼ਿਕਰ ਕਰ ਰਹੇ ਨੇ। ਹਜ਼ੂਰ ਕਹਿੰਦੇ ਨੇ ਦਰਦ ਨਿਵਾਰਹਿ ਜਾਂ ਕੇ ਆਪੇ, ਜਿਨ੍ਹਾਂ ਦੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਕੇ ਦਰਦ ਨਿਵਾਰ ਦੇ, ਨਾਨਕ ਤੇ ਗੁਰਮੁਖ ਧਰਾਪੇ। ਉਹ ਗੁਰੂ ਦੇ ਰਾਹੀਂ, ਗੁਰਮੁਖ ਦੇ ਖੱਖੇ ਨੂੰ ਸਿਆਰੀਏ, ਗੁਰੂ ਦੇ ਰਾਹੀਂ ਉਹ ਤ੍ਰਿਪਤ ਹੋ ਜਾਂਦੇ ਨੇ। ਕਹਿਣ ਦਾ ਮਤਲਬ ਉਹਨਾਂ ਦੇ ਜੀਵਨ ਦੇ ਵਿੱਚ ਕੇਵਲ ਤੇ ਕੇਵਲ ਵਿਸ਼ਵਾਸ ਪੈਦਾ ਹੋ ਜਾਂਦਾ ਕਿ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਅੱਜ ਦੇ ਸ਼ਬਦ ਦੇ ਅੰਦਰ ਜੋ ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਅੱਜ ਦੇ ਜਿਹੜੇ ਸ਼ਬਦ ਦੇ ਅੰਦਰ ਜੋ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਇਹਦੇ ਸਾਰੇ ਪੱਖ ਬਿਆਨ ਕਰਕੇ ਨਾ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਯਕੀਨ ਦਿਵਾਇਆ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਰੱਖਣਾ ਹੈ। ਫਿਰ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਇਹਦਾ ਇੱਕ ਜਿਹੜਾ ਤੀਸਰਾ ਜਿਹੜਾ ਪੱਖ ਹੈ ਨਾ, ਖਾਸ ਕਰਕੇ ਵੰਡ ਛਕਣ ਵਾਲਾ, ਆਪਣੇ ਜੀਵਨ ਦੇ ਵਿੱਚ ਕਿਸੇ ਦੀ ਹੈਲਪ ਕਰਦਿਆਂ ਹੋਇਆਂ ਕਦੇ ਵੀ ਆਪਣੇ ਆਪ ਨੂੰ ਦਾਤਾ ਨਹੀਂ ਸਮਝਣਾ ਵੀ ਮੈਂ ਵੱਡਾ ਵਾਂ। ਇਸ ਕਰਕੇ ਸਿੱਖੀ ਦੇ ਵਿੱਚ ਦਾਨ ਸ਼ਬਦ ਪ੍ਰਵਾਨ ਨਹੀਂ ਕੀਤਾ ਗਿਆ, ਕਿਉਂਕਿ ਦਾਨ ਦੇਣ ਵਾਲੇ ਦੇ ਮਨ ਦੇ ਵਿੱਚ ਹੰਕਾਰ ਪੈਦਾ ਹੁੰਦਾ ਹੈ ਤੇ ਕਈ ਵਾਰੀ ਨਾਰਸਿਸਿਸਟ ਕਿਸਮ ਦਾ ਪਰਸਨੈਲਿਟੀ ਹੋਵੇ ਤੇ ਉਹ ਇੱਕ ਵਾਰੀ ਦੇਖ ਕੇ ਹਜ਼ਾਰਾਂ ਲੋਕਾਂ ਦੇ ਵਿੱਚ ਬੰਦੇ ਦਾ ਜਲੂਸ ਕੱਢਿਆ ਜਾਂਦਾ ਵੀ ਆ ਫਲਾਣੇ ਦੇ ਬੰਦਾ ਜਿਹੜਾ ਇਹਨੂੰ ਕੋਈ ਪੁੱਛਦਾ ਨਹੀਂ ਸੀ, ਮੈਂ ਉਹਦੀ ਹੈਲਪ ਕੀਤੀ ਹੈ। ਤੇ ਕਈ ਵਾਰੀ ਤੁਸੀਂ ਵੇਖੋ ਲੀਡਰ ਵੀ ਬਣਦੇ ਨੇ ਨਾ, ਜਾਂ ਜਿਨ੍ਹਾਂ ਨੇ ਲੋਕਾਂ ਕੋਲੋਂ ਲਾਭ ਲੈਣਾ ਹੋਵੇ, ਉਹ ਪਹਿਲਾਂ ਕਈ ਵਾਰੀ ਤੇ ਸਾਲ ਕਈ ਸਾਲ ਗੁਰਾਈ ਕਰਦੇ ਰਹਿੰਦੇ ਨੇ ਲੋਕਾਂ ਕੋਲੋਂ, ਤੇ ਬਾਅਦ ਦੇ ਵਿੱਚ ਅਖਬਾਰਾਂ ਦੇ ਵਿੱਚ ਵੱਡੀਆਂ ਫੋਟੋਆਂ ਜਿਹੜੀਆਂ ਲਵਾਉਣ ਦੇ ਲਈ ਵੀ ਅਸੀਂ ਇੰਨੀਆਂ ਬੱਚੀਆਂ ਦਾ ਵਿਆਹ ਕਰਵਾਇਆ, ਇੰਨੇ ਫਲਾਣੇ ਬੰਦਿਆਂ ਦਾ, ਤੇ ਉਹ ਅਸਲ ਦੇ ਵਿੱਚ ਗਰੀਬੀ ਦਾ ਇੱਕ ਮਜ਼ਾਕ ਜਿਹਾ ਉੱਡ ਰਿਹਾ ਹੁੰਦਾ ਤੇ ਉਹਨਾਂ ਨੂੰ ਹੀਨ ਭਾਵਨਾ, ਉਹਨਾਂ ਦੇ ਅੰਦਰ ਕੌਨਫੀਡੈਂਸ ਲੋ ਹੋ ਜਾਂਦਾ ਸਦਾ ਲਈ, ਜਿਹੜੇ ਇਸ ਤਰ੍ਹਾਂ ਦੀਆਂ ਥਾਵਾਂ ਤੋਂ ਕੁਝ ਪ੍ਰਾਪਤ ਕਰਦੇ ਨੇ। ਇਸ ਕਰਕੇ ਸਿੱਖ ਕੌਮ ਦੇ ਅੰਦਰ ਦਸਵੰਧ ਦੀ ਜਿਹੜੀ ਮਰਿਆਦਾ ਹੈ ਵੀ ਕਿਸੇ ਨੂੰ ਕੁਝ ਹੈਲਪ ਕਰਦਿਆਂ ਹੋਇਆਂ ਵੀ ਜਿਹੜਾ ਆਪਣੇ ਅੰਦਰੋਂ ਨਹੀਂ ਚਿਤਾਰਨਾ, ਕਿਉਂਕਿ ਅਸੀਂ ਦਾਤੇ ਨਹੀਂ, ਦਾਤਾ ਕੇਵਲ ਅਕਾਲ ਪੁਰਖ ਵਾਹਿਗੁਰੂ ਹੈ। ਅੱਜ ਸਿੱਖ ਬਹੁਤ ਸਾਰਾ ਪੈਸਾ ਦਿੰਦੇ, ਨੋ ਡਾਊਟ ਵੀ ਦੇਣ ਵਾਲਿਆਂ ਦੀ ਕਮੀ ਨਹੀਂ, ਪਰ ਸਾਡਾ ਜਿਹੜਾ ਪੈਸਾ ਨਾ ਬਹੁਤਾ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਨਹੀਂ ਹੈ। ਜ਼ਿਆਦਾਤਰ ਭਰਿਆਂ ਨੂੰ ਭਰਦੀ ਦੁਨੀਆ, ਆਮ ਕਰਕੇ ਜਿਨ੍ਹਾਂ ਨੂੰ ਲੋੜ ਨਹੀਂ, ਜਿਨ੍ਹਾਂ ਕੋਲ ਬਹੁਤ ਪੈਸਾ ਹੈ ਪਹਿਲਾਂ ਹੀ ਪਿਆ ਹੋਇਆ, ਉਹਨਾਂ ਨੂੰ ਲੋਕ ਜਿਹੜਾ ਉਹਨਾਂ ਦੀ ਹੈਲਪ ਕਰਦੇ ਨੇ, ਹੋਰ ਜ਼ਿਆਦਾ ਉਹਨਾਂ ਨੂੰ ਦਿੰਦੇ ਨੇ। ਪੋਲੀਟੀਕਲ ਰੈਲੀਆਂ ਦੇ ਵਿੱਚ ਸਾਡਾ ਬਹੁਤ ਪੈਸਾ ਜਾ ਰਿਹਾ ਹੈ। ਇੱਥੋਂ ਤੱਕ ਵੀ ਗੁਰਦੁਆਰੇ ਵੀ ਜਦੋਂ ਸੇਵਾ ਕਰਨੀ ਨਾ, ਗੋਲਕ ਦੇ ਵਿੱਚ ਪਾਉਂਦੇ, ਇੱਥੋਂ ਖਰਚੇ ਚੱਲਦੇ ਨੇ। ਮੈਂ ਕਹਿੰਦਾ ਕੁਝ ਗੱਲਾਂ ਸਾਨੂੰ ਬੜੀਆਂ ਸੋਚ ਸਮਝ ਕੇ ਕਰਨੀਆਂ ਚਾਹੀਦੀਆਂ, ਤੇ ਜਦੋਂ ਪ੍ਰਬੰਧਕਾਂ ਕੋਲੋਂ ਪੁੱਛ ਕੇ ਗੁਰਦੁਆਰਿਆਂ ਦੇ ਵਿੱਚ ਜਾਂ ਜਿੱਥੇ ਜਿੱਥੇ ਹੈਲਪ ਹੋਵੇ ਉੱਥੇ ਕਰਨੀ ਚਾਹੀਦੀ। ਐਗਜ਼ਾਮਪਲ ਮੈਂ ਦੇ ਰਿਹਾ, ਕਈ ਵਾਰੀ ਅਸੀਂ ਗੁਰਦੁਆਰਿਆਂ ਦੇ ਵਿੱਚ ਰੁਮਾਲਾ ਸਾਹਿਬ ਅਰਪਣ ਕਰਨਾ ਹੈ, ਤੇ ਤੁਸੀਂ ਵੇਖੋ ਹੁਣ ਤਾਂ ਤੁਹਾਡੇ ਸਾਹਮਣੇ ਗੱਲਾਂ ਆ ਜਾਂਦੀਆਂ ਵੀ ਕਈ ਵਾਰੀ ਪੂਰੀ ਗੱਡੀ ਰੁਮਾਲਿਆਂ ਦੀ ਬਾਅਦ ਦੇ ਵਿੱਚ ਵਰਤੋਂ ਦੇ ਵਿੱਚ ਨਹੀਂ ਆਉਂਦੀ, ਤੇ ਉਹਨੂੰ ਬਾਹਰ ਜਿਹੜਾ ਖੜ ਕੇ ਉਹਨਾਂ ਦਾ ਸੰਸਕਾਰ ਜਿਹੜਾ ਕਰ ਦਿੱਤਾ ਜਾਂਦਾ, ਤੇ ਲੋਕ ਫਿਰ ਕਹਿਣ ਲੱਗ ਪੈਂਦੇ ਨੇ ਵੇਖੋ ਜੀ ਇਹ ਪੈਸਾ ਕਿਸੇ ਗਰੀਬ ਦੀ ਵਿਚਾਰੇ ਦੀ ਦਸਤਾਰ ਹੀ ਲੈ ਦਿੰਦੇ, ਉਹਨੂੰ ਕੱਪੜੇ ਲੈ ਦਿੰਦੇ, ਉਹਦੀ ਐਜੂਕੇਸ਼ਨ ਦੇ ਲਈ ਪ੍ਰਬੰਧ ਕਰ ਦਿੰਦੇ। ਇਸ ਕਰਕੇ ਜਦੋਂ ਧਾਰਮਿਕ ਸਥਾਨਾਂ 'ਤੇ ਵੀ ਅਸੀਂ ਸੇਵਾ ਕਰੀਏ ਨਾ, ਸਾਨੂੰ ਪੁੱਛ ਕੇ ਉੱਥੋਂ ਦੇ ਪ੍ਰਬੰਧਕ ਸਿਸਟਮ ਤੋਂ ਕਰਨੀ ਚਾਹੀਦੀ ਵੀ ਜਿਹੜੀ ਨੀਡ ਹੈਲਪ ਹੈ ਉੱਥੇ ਤੇ ਸਾਡਾ ਬਹੁਤ ਸਾਰਾ ਪੈਸਾ। ਮੈਂ ਇੱਕ ਐਗਜ਼ਾਮਪਲ ਆਮ ਕਰਕੇ ਦਿੰਦਾ ਹੁੰਨਾ, 1978 ਦੇ ਵਿੱਚ ਨਾ ਮੁਰਾਰਜੀ ਦੇਸਾਈ ਕੋਲ ਸਿੱਖ ਗਏ ਸੀ ਵੀ ਆਰਮੀ 'ਚ ਗਿਣਤੀ ਘੱਟ ਕਰ ਦਿੱਤੀ ਹੈ, ਤਾਂ ਉਹਨੇ ਕਿਹਾ ਸੀ ਵੀ ਪਹਿਲਾਂ ਬੰਦੇ ਦੀ ਮਸਲ ਪਾਵਰ ਦੀ ਲੋੜ ਸੀ, ਹੁਣ ਸਾਡੇ ਕੋਲ ਜਿਹੜੀਆਂ ਲੜਾਈਆਂ ਨੇ ਦਿਮਾਗ ਨਾਲ ਨੇ, ਦਿਮਾਗ ਹੈਗਾ, ਸਿੱਖਾਂ ਨੂੰ ਤੋੜ ਦਿੱਤਾ ਸੀ। ਸਿੱਖ ਉਦੋਂ ਆ ਗਏ ਤੇ ਅੱਜ ਤੱਕ ਅਸੀਂ ਉਹ ਕੋਟ ਕਰਨੇ ਆ ਉਹ ਘਟਨਾ ਨੂੰ। ਅਸੀਂ ਵੀ ਆਪਣੇ ਧਾਰਮਿਕ ਸਥਾਨਾਂ ਦਾ ਦਸਵੰਧ ਦਾ ਪੈਸਾ ਲਾ ਕੇ ਆਪਣੇ ਰਿਸ਼ਤੇਦਾਰਾਂ ਦੇ ਵਿੱਚੋਂ ਹੀ ਕਿਧਰੇ ਹੈਲਪ ਕਰਨੀ ਸ਼ੁਰੂ ਕਰਦੇ ਨਾ, ਤੇ ਪੰਜਾਬ ਦੇ ਵਿੱਚ ਕੋਈ ਬੰਦਾ ਅਨਐਜੂਕੇਟਡ ਨਾ ਰਹਿੰਦਾ। ਅਸੀਂ ਜੇ ਇੱਕ ਦੂਜੇ ਦੀ ਬਾਹ ਫੜਨ ਦੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਕਿਉਂਕਿ ਦਾਤਾਂ ਦੇਣ ਵਾਲਾ ਤਾਂ ਅਕਾਲ ਪੁਰਖ ਵਾਹਿਗੁਰੂ ਹੈ, ਪਰ ਬੰਦਾ ਆਪਣੀ ਰਿਸ਼ਤੇਦਾਰੀ 'ਚ ਨਹੀਂ ਹੈਲਪ ਕਰਦਾ,
ਬੰਦਾ ਕਹਿੰਦਾ ਜੇ ਮੇਰੇ ਬਰਾਬਰ ਮੇਰੇ ਰਿਸ਼ਤੇਦਾਰ ਖੜੇ ਹੋ ਗਏ ਤੇ ਕੱਲ ਨੂੰ ਮੈਂ ਸ਼ਰੀਕਪੁਣਾ ਕਿਵੇਂ ਕਰਾਂਗਾ ਇਹਨਾਂ ਦੇ ਨਾਲ। ਇਹ ਜਿਹੜੇ ਮੇਰੇ ਬਰਾਬਰ ਆ ਕੇ ਮੈਨੂੰ ਕੋਈ ਗੱਲ ਕਹਿਣਗੇ। ਤੇ ਅਸਲ ਦੇ ਵਿੱਚ ਬੰਦਾ ਕੁਝ ਦੇਣ ਦੇ ਨਾਂ ਤੇ ਦੂਜਿਆਂ ਨੂੰ ਸਲੇਵ ਬਣਾਉਣਾ ਚਾਹੁੰਦਾ ਹੈ, ਵੀ ਹੈਲਪ ਕਰਨ ਦੇ ਨਾਂ ਤੇ। ਇਸ ਕਰਕੇ ਬਿਨਾਂ ਕੰਡੀਸ਼ਨ ਤੋਂ ਇਹ ਗੱਲ ਮੰਨ ਕੇ ਕਿ ਦਾਤਾਂ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੀ ਹੈ ਤੇ ਇਸ ਜ਼ਿੰਦਗੀ ਨੂੰ ਜਿੰਦਿਆਂ ਧਰਮ ਦੀ ਕਿਰਤ ਕਰਨੀ ਹੈ। ਤੇ ਜਿੰਨਾ ਪੈਸਾ ਅਸੀਂ ਦਸਵੰਧ ਦਾ ਇਮਾਨਦਾਰੀ ਦੇ ਨਾਲ ਅਸੀਂ ਅਸਲ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਕਿਸੇ ਨਾ ਕਿਸੇ ਦੀ ਐਜੂਕੇਸ਼ਨ ਤੇ ਕਿਸੇ ਦਾ ਜੀਵਨ ਉੱਚਾ ਚੁੱਕਣ ਦੇ ਲਈ ਆਪਣੇ ਵੱਲੋਂ, ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ, ਹੱਥੋਂ ਦੇ ਕੇ ਭਲਾ ਮਨਾਵੇ, ਇਹੋ ਜਿਹਾ ਗੁਰਸਿੱਖੀ ਦਾ ਜੀਵਨ ਹੋਣਾ ਚਾਹੀਦਾ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ। ਇਹ ਜੋ ਵਿਚਾਰ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਬਖਸ਼ਿਸ਼ ਕੀਤੇ ਨੇ, ਦਾਤਾਂ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ, ਸਾਡੇ ਜੀਵਨ ਦੇ ਵਿੱਚ ਵਸ ਜਾਣ। ਗਲਤੀਆਂ ਭੁੱਲਾਂ ਦੀ ਖਿਮਾ ਕਰਦੇ ਹੋਏ ਫਤਿਹ ਦੀ ਸਾਂਝ ਕਰੋ ਜੀਓ। ਵਾਹਿਗੁਰੂ ਜੀ ਕਾ